ਜੋ ਸੰਸਥਾਵਾਂ ਉੱਥੇ ਲੰਗਰ ਲਾ ਰਹੀਆਂ ਨੇ, ਵੱਡੀਆਂ ਸੰਸਥਾਵਾਂ, ਉਹਨਾਂ ਦੀ ਫੰਡਿੰਗ ਤੇ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਏਡੇ ਏਡੇ ਲੰਗਰ ਲਗਾਉਣ ਦੇ ਲਈ ਫੰਡਿੰਗ ਕਿੱਥੋਂ ਆ ਰਹੀ ਆ। ਤੁਸੀਂ ਕੀ ਕਹਿੰਦੇ ਹੋ ਕਿ ਇਹ ਇਲਜ਼ਾਮਾਂ ਦੇ ਵਿੱਚ ਕਿੰਨਾ ਕੁ ਦਮ ਹੈਗਾ, ਕੀ ਇਹਨਾਂ ਦੀ ਬੁਨਿਆਦ ਹੈਗੀ? ਹੁਣ ਅੱਤਵਾਦੀ ਕੇਵਲ ਕਿਹਾ ਨਹੀਂ ਗਿਆ, ਜੀ ਨਿਊਜ਼ ਦਾ ਬਹੁਤ ਵੱਡਾ ਪ੍ਰੋਗਰਾਮ ਚੱਲਿਆ ਹੈ ਜਿਹਦੇ ਵਿੱਚ ਉਹਨਾਂ ਨੇ 2012 ਦਾ ਇੱਕ ਪਰਚਾ ਦਿਖਾਇਆ ਹੈ ਆਪਣੀ ਸਕਰੀਨ ਤੇ ਕਿ ਰਵੀ ਸਿੰਘ ਨੂੰ ਫੰਡਿੰਗ ਜਿਹੜੇ ਨੇ ਉਹ ਖਾਲਿਸਤਾਨੀ ਹਮਾਇਤੀ ਕਰਦੇ ਨੇ। ਕਿ ਜਦੋਂ ਆਮ ਲੋਕਾਂ ਨੇ ਸੁਣਿਆ ਕਿ ਲੰਗਰ ਵਰਤਾਉਣ ਵਾਲੇ, ਲੋਕਾਂ ਦੀ ਸੇਵਾ ਕਰਨ ਵਾਲੇ ਜੇ ਇਹ ਖਾਲਿਸਤਾਨੀ ਤੇ ਅੱਤਵਾਦੀ ਹੁੰਦੇ ਨੇ ਤਾਂ ਅਸੀਂ ਵੀ ਖਾਲਿਸਤਾਨੀ ਹਾਂ। ਰਾਜਸਥਾਨ ਦੇ ਬਹੁਤ ਲੋਕਾਂ ਨੇ ਸਕਰੀਨ ਤੇ ਆ ਕੇ ਕਿਹਾ। ਤੋਂ ਤੁਸੀਂ ਕਿਹਾ ਕਿ ਹੁਣੇ ਕਿਹਾ ਕਿ ਮੈਂ ਵੀ ਖਾਲਿਸਤਾਨੀ, ਤੁਸੀਂ ਮੰਨਦੇ ਹੋ ਇਹ ਗੱਲ? ਮੈਂ ਉਸ ਦਿਨ ਤੋਂ ਖਾਲਿਸਤਾਨੀ ਪੱਕੇ ਤੌਰ ਤੇ ਹੋ ਗਿਆ ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਇਹ ਗੱਲ ਕਹਿ ਦਿੱਤੀ ਵੀ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਹਿੰਦ ਸਰਕਾਰ ਦਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਜਿਹਨੂੰ ਅਸੀਂ ਫੋਲੋ ਕਰਦੇ ਹਾਂ, ਜਿਸ ਸੋਚ ਨੂੰ ਅਸੀਂ ਫੋਲੋ ਕਰਦੇ ਹਾਂ, ਜੇ ਉਹਨਾਂ ਨੇ ਬਚਨ ਕਰਤੇ ਤੇ ਜਾਂ ਤਾਂ ਅਸੀਂ ਫਿਰ ਉਹਨਾਂ ਨੂੰ ਫੋਲੋ ਨਹੀਂ ਕਰਦੇ ਤੇ ਜਾਂ ਫਿਰ ਅਸੀਂ ਖਾਲਿਸਤਾਨੀ ਨਹੀਂ ਹਾਂ। 300 ਦੇ ਕਰੀਬ ਕਿਸਾਨ ਜਿਹੜੇ ਨੇ ਸ਼ਹੀਦੀਆਂ ਦੇ ਚੁੱਕੇ ਨੇ, ਪਰ ਭਾਰਤ ਸਰਕਾਰ ਜਾਂ ਕੋਈ ਪੰਜਾਬ ਦੀ ਵੀ ਸਰਕਾਰ ਹੋਵੇ ਉਹਨਾਂ ਨੂੰ ਸ਼ਹੀਦ ਮੰਨਣ ਨੂੰ ਜਿਹੜਾ ਤਿਆਰ ਨਹੀਂ। ਕੋਈ ਨਾ RSS ਤੇ BJP ਦਾ ਇੱਕ ਮਿਸ਼ਨ ਦਾ ਏਜੰਡਾ ਹੈ ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ। ਤੁਸੀਂ ਇਹਨੂੰ ਮਿਲਾ ਕੇ ਦੇਖੋ ਕਿ ਇੱਕ ਪਾਸੇ ਤੋਮਰ ਸਾਹਿਬ ਇਹ ਗੱਲ ਕਹਿ ਰਹੇ ਨੇ, ਦੂਜੇ ਪਾਸੇ ਹਰਿਆਣੇ ਦੇ ਕਿਸਾਨ ਮੰਤਰੀ ਗੁੱਜਰ ਸਾਹਿਬ ਇਹ ਗੱਲ ਕਹਿ ਰਹੇ ਨੇ, ਤੀਜੇ ਪਾਸੇ ਮਦਨ ਮੋਹਨ ਮਿੱਤਲ ਵੀ ਇਹੀ ਗੱਲ ਕਹਿ ਰਹੇ ਨੇ। ਇਹ ਤਿੰਨੇ ਜਿਹੜੇ ਨੇ BJP ਦੇ ਪ੍ਰਮੁੱਖ ਲੀਡਰਾਂ 'ਚੋਂ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਇਹ ਤਾਂ ਲੋਕ ਤਾਂ ਐਵੇਂ ਵੀ ਮਰਦੇ ਹੀ ਹੁੰਦੇ ਨੇ ਜੀ। ਨਿਊਜ਼ ਕਾਫੀ ਇਹ ਵੀ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਗਲਿਆਰੇ ਦੇ ਵਿੱਚ ਰਾਮ ਨਾਮ ਦੀਆਂ ਇੱਟਾਂ ਲਗਾਈਆਂ ਜਾ ਰਹੀਆਂ ਨੇ, ਵਿਵਾਦ ਵੀ ਕਾਫੀ ਖੜਾ ਹੋ ਗਿਆ। ਇਹਦੇ ਬਾਰੇ ਕਿਉਂ ਲਗਾਈਆਂ ਜਾ ਰਹੀਆਂ ਨੇ? ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ TV ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ। ਇਸ ਟਾਈਮ ਮੌਜੂਦ ਹਾਂ ਜੀ ਅਸੀਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਨੇ। ਇਹਨਾਂ ਦੇ ਨਾਲ ਅਸੀਂ ਅੱਜ ਵਿਚਾਰ ਕਰਨ ਆਏ ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਅਤੇ ਪੰਜਾਬ ਦੀ ਰਾਜਨੀਤਿਕ ਹਾਲਾਤ ਬਾਰੇ, ਜੋ ਮੌਜੂਦਾ ਰਾਜਨੀਤਿਕ ਹਾਲਾਤ ਪੰਜਾਬ ਦੇ ਚੱਲ ਰਹੇ ਨੇ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਬਾਰੇ ਵੀ ਆਪਾਂ ਪ੍ਰੋਫੈਸਰ ਸਾਹਿਬ ਤੋਂ ਜਾਣਾਂਗੇ। ਆਓ ਪਹਿਲਾਂ ਆਪਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਆ ਪ੍ਰਾਈਡ ਪੰਜਾਬ TV ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਲੋਕਾਂ ਦੇ ਸਾਹਮਣੇ ਕੀਤਾ, ਬਹੁਤ ਧੰਨਵਾਦ ਜੀ। ਸਰ, ਕਿਸਾਨੀ ਸੰਘਰਸ਼ 100 ਦਿਨ ਤੋਂ ਉੱਪਰ ਦਿੱਲੀ ਦੀਆਂ ਬਰੂਹਾਂ 'ਤੇ ਚੱਲਦੇ ਨੂੰ ਹੋ ਚੁੱਕੇ ਆ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਸੰਘਰਸ਼ ਚੱਲਿਆ ਸੀ, ਨਤੀਜਾ ਹਲੇ ਤੱਕ ਕੋਈ ਖਾਸ ਐਡਾ ਨਿਕਲ ਨਹੀਂ ਰਿਹਾ। ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਸਾਹਿਬ ਵੱਲੋਂ ਪਾਏ ਹੋਏ ਯੋਗਦਾਨ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਸਾਨੂੰ ਦੱਸੋ। ਹਾਂਜੀ, ਜਿਵੇਂ ਤੁਸੀਂ ਪੁੱਛਿਆ ਕਿ ਕਿਸਾਨੀ ਅੰਦੋਲਨ ਪਹਿਲਾਂ ਪੜਾਅ 'ਚ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਜਾਂ ਅੱਡ-ਅੱਡ ਸੂਬਿਆਂ 'ਚ ਵੀ ਕਿਤੇ ਨਾ ਕਿਤੇ ਚੱਲਦਾ ਹੋਊਗਾ, ਪਰ 26 ਨਵੰਬਰ ਤੋਂ ਬਾਅਦ ਇਹ ਸਾਰਾ ਦਿੱਲੀ ਪਹੁੰਚ ਗਿਆ। ਅਤੇ ਇਹਦੇ 'ਚ ਮੈਨੂੰ ਕਹਿਣ 'ਚ ਕੋਈ ਸ਼ਰਮ ਨਹੀਂ ਕਿ ਹਾਲਾਤ ਜਦੋਂ ਅਸੀਂ 26 ਨਵੰਬਰ ਦੇ ਦੇਖੇ, ਜਿਹੜੀ ਪੰਜਾਬ ਦੀ ਨੌਜਵਾਨੀ ਸੀ ਅਤੇ ਨਾਲ ਹਰਿਆਣੇ ਦੀ ਨੌਜਵਾਨੀ ਲੱਗ ਗਈ, ਇਹਨਾਂ ਦੋਹਾਂ ਨੇ ਮਿਲ ਕੇ ਸਮੁੱਚੇ ਅੰਦੋਲਨ ਨੂੰ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਦਿੱਲੀ ਤੱਕ ਪਹੁੰਚਾਤਾ ਜੀ। ਉਹ ਤੋਂ ਬਾਅਦ ਅੱਜ ਫਿਰ 100 ਦਿਨ ਹੋ ਗਏ ਨੇ, ਜ਼ਿਆਦਾ ਹੋ ਗਏ, 2-4 ਦਿਨ ਉੱਪਰ ਹੋ ਗਏ। ਆਹ ਜਿਹੜਾ ਅੰਦੋਲਨ ਹੈ ਉਹ ਮਤਲਬ ਕਿ ਲਗਾਤਾਰ ਚੱਲ ਰਿਹਾ ਹੈ। ਜਿੱਥੋਂ ਤੱਕ ਤੁਸੀਂ ਪ੍ਰਾਪਤੀ ਦੀ ਗੱਲ ਕੀਤੀ ਹੈ, ਪ੍ਰਾਪਤੀ ਦਾ ਇੱਕ ਪੱਖ ਤਾਂ ਇਹ ਹੈ ਕਿ ਜਿਹੜੀ ਮੋਦੀ ਸਰਕਾਰ ਹੈ, ਜਿਵੇਂ ਇੰਦਰਾ ਗਾਂਧੀ ਦੀ ਸਰਕਾਰ ਅਤੇ ਰਾਜੀਵ ਗਾਂਧੀ ਦੀ ਸਰਕਾਰ ਬਹੁਤ ਹਠੀ ਸੀ, ਉਸ ਤੋਂ ਵੀ ਕਿਤੇ ਜ਼ਿਆਦਾ ਹੱਠ ਇਹ ਕਰਕੇ ਚੱਲ ਰਹੀ ਹੈ। ਜਿਹੜਾ ਹੱਠ ਰਾਜ ਹੱਠ ਤਾਂ ਹੋ ਸਕਦਾ ਹੈ, ਪਰ ਲੋਕਾਂ ਦੇ ਲੋਕਤੰਤਰ ਦਾ ਹੱਠ ਨਹੀਂ ਇਹ ਗੱਲ ਕਹਿੰਦਾ, ਪਰ ਉਹ ਚੱਲ ਰਹੇ ਨੇ। ਉਸ ਕਰਕੇ ਹਰ ਇੱਕ ਬੰਦਾ, ਜੋ ਤੁਸੀਂ ਸਵਾਲ ਕੀਤਾ ਹੈ, ਉਹ ਸੋਚਣ ਲੱਗ ਗਿਆ ਹੈ ਕਿ ਕੀ ਇਹਦਾ ਕੋਈ ਹੱਲ ਵੀ ਨਿਕਲੂਗਾ ਕਿ ਇੱਦਾਂ ਹੀ ਅਸੀਂ ਬੈਠ ਕੇ ਚਲੇ ਗਏ। ਹੁਣ ਤਾਂ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਸੀ ਸਰਕਾਰ ਦੇ ਨਾਲ, ਉਹ ਵੀ ਬੰਦ ਹੋ ਗਈਆਂ। 26 ਜਨਵਰੀ ਦੀਆਂ ਘਟਨਾਵਾਂ ਚਾਹੇ ਕੁਝ ਵੀ ਨਹੀਂ ਸੀ, ਸਿਰਫ ਇੱਕ ਨਿਸ਼ਾਨ ਸਾਹਿਬ ਨੂੰ ਬਹਾਨਾ ਬਣਾ ਕੇ, ਜਿੱਥੇ ਸੈਂਟਰ ਗੌਰਮੈਂਟ ਨੇ ਇਸ ਅੰਦੋਲਨ ਨੂੰ ਮੱਠਾ ਕਰਨ ਦੇ ਵਾਸਤੇ ਆਪਣੀ ਯੋਜਨਾਬੱਧ ਤਰੀਕਾ ਵਰਤਿਆ,
ਉੱਥੇ ਨਾਲ ਹੀ ਕਿਸੇ ਜਗ੍ਹਾ ਇਹ ਲੱਗਦਾ ਹੈ ਕਿ ਕਿਸਾਨ ਜਿਹੜੇ ਲੀਡਰ ਸੀ ਉਹ ਵੀ ਸਰਕਾਰ ਦੀ ਚਾਲ 'ਚ ਆ ਗਏ ਅਤੇ ਆਪਣੇ ਬੰਦਿਆਂ ਨਾਲ ਹੀ ਉਲਝਣ ਦੀ ਜਿਹੜੀ ਸ਼ੁਰੂਆਤ ਕਰ ਬੈਠੇ। ਉਹ ਸਾਰੀਆਂ ਘਟਨਾਵਾਂ ਨੇ ਇਸ ਬਾਰੇ ਅੰਦੋਲਨ ਬਾਰੇ ਭੁਲੇਖੇ ਪਾਏ ਨੇ। ਪਰ ਮੈਂ ਆਪਣੇ ਵੱਲੋਂ ਇਹ ਗੱਲ ਕਹਿਣਾ ਕਿ ਮੇਰੀ ਪਾਰਟੀ ਅਤੇ ਮੈਂ ਇਹ ਨਹੀਂ ਸੋਚਦੇ ਕਿ ਇਹ ਜਿਹੜਾ ਅੰਦੋਲਨ ਹੈ ਇਹ ਮੱਠਾ ਪੈ ਗਿਆ। ਇਹ ਲੱਗਦਾ ਹੈ, ਪਰ ਜਦੋਂ ਤੁਸੀਂ ਫਿਰ ਦੁਬਾਰਾ ਦਿੱਲੀ ਜਾਂਦੇ ਹੋ ਫਿਰ ਦੇਖਦੇ ਹੋ ਹਾਂ ਮੀਡੀਆ ਨੂੰ ਰੋਕ ਦਿੱਤਾ ਗਿਆ ਹੈ, ਕੋਈ ਬੰਦਿਸ਼ਾਂ ਲਾ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ, ਕਦੇ ਨੈੱਟ ਬੰਦ ਕਰ ਦਿੱਤੇ ਜਾਂਦੇ ਨੇ, ਕਦੇ ਉੱਥੋਂ ਦੇ ਸਥਾਨਕ ਬੰਦਿਆਂ ਨੂੰ ਬੀਜੇਪੀ ਦਾ ਸਥਾਨਕ ਨਹੀਂ ਬੀਜੇਪੀ ਦੇ ਗੁੰਡੇ ਭੇਜ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਅੱਡ ਅੱਡ ਕੇਸ ਕੀਤੇ ਜਾਂਦੇ ਨੇ ਵੀ ਨੌਜਵਾਨੀ ਜਾਂ ਜਿਹੜੇ ਆਵਾਮ ਹੈ ਬੀਬੀਆਂ ਬੱਚੀਆਂ ਨਵਦੀਪ ਕੌਰ ਹੋਵੇ, ਦਿਸ਼ਾ ਰਵੀ ਹੋਵੇ, ਇਕਬਾਲ ਸਿੰਘ ਜੀ ਹੋਣ ਕਥਾਕਾਰ ਨੇ, ਉਹ ਮਹਿੰਦਰ ਸਿੰਘ ਜੀ ਹੋਣ, ਉਹ ਰਾਗੀ ਸਿੰਘ ਜੀ ਨੇ, ਇਹਨਾਂ ਸਾਰਿਆਂ ਦਾ ਮਤਲਬ ਉਹਨਾਂ ਦਾ ਕਰਨ ਦਾ ਇਹ ਹੈ ਕਿ ਉਹ ਦਬਾਅ ਦੇ ਵਿੱਚ ਰੱਖਣਾ ਚਾਹੁੰਦੇ ਨੇ। ਪਰ ਅੰਦੋਲਨ ਕਿਉਂਕਿ ਇਹ ਲੰਬਾ ਚੱਲੇਗਾ, ਜੋ ਸਰਕਾਰ ਦੀ ਕਾਰਪੋਰੇਟਸ ਦੇ ਹੱਕ ਵਿੱਚ ਨੀਤੀ ਬਣ ਚੁੱਕੀ ਹੈ ਉਹਨੂੰ ਖੁੰਡਿਆਂ ਕਰਨਾ ਅੱਜ ਦੇ ਟਾਈਮ 'ਚ ਔਖਾ ਜ਼ਰੂਰ ਹੈ, ਅਸੰਭਵ ਨਹੀਂ ਹੈਗਾ। ਉਹਦੇ ਲਈ ਜਿਹੜਾ ਸਮਾਂ ਲੱਗਣਾ ਹੈ ਉਹ ਲੱਗ ਰਿਹਾ ਹੈ। ਕਿਸੇ ਤਰ੍ਹਾਂ ਦੀ ਨਿਰਾਸ਼ਾ ਦੀ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ। ਸਰ, ਐਡਾ ਵੱਡਾ ਅੰਦੋਲਨ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਆਪਣੇ ਪੱਧਰ 'ਤੇ ਜਿਹੜੇ ਹੋਰ ਸੂਬਿਆਂ ਦੇ ਕਿਸਾਨ ਵੀ ਨੇ, ਸੰਘਰਸ਼ ਉਹ ਚੱਲ ਰਿਹਾ। ਐਡਾ ਵੱਡਾ ਸੰਘਰਸ਼ ਕਰਨ ਦੀ ਜ਼ਰੂਰਤ ਕਿਉਂ ਪਈ? ਅਤੇ ਜਿਹੜੇ ਖੇਤੀ ਬਿੱਲ ਜਿਨ੍ਹਾਂ ਦਾ ਵਿਰੋਧ ਹੋ ਰਿਹਾ ਸਰਕਾਰ ਨੇ ਉਹ ਇੰਨੇ ਭਾਰੀ ਵਿਰੋਧ ਤੋਂ ਬਾਅਦ ਲੈ ਕੇ ਹੀ ਕਿਉਂ ਆਉਂਦੇ? ਇਹਦਾ ਇਹ ਕਾਰਨ ਹੈ ਵੀ ਜੇ ਤੁਸੀਂ 47 ਤੋਂ ਲੈ ਕੇ ਅੱਜ ਤੱਕ ਦਾ ਸਮਾਂ ਵਾਚੋਗੇ ਨਾ ਅੱਡ ਅੱਡ ਸਰਕਾਰਾਂ ਦਾ, ਹਾਂਜੀ, ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਇੰਡੀਆ ਦਾ ਨਿਜ਼ਾਮ ਸਿਸਟਮ ਹੈ ਉਹਨੂੰ ਆਪਣੇ ਵਸ਼ ਕਰਨਾ ਚਾਹਿਆ। ਜਿਵੇਂ ਇੰਦਰਾ ਗਾਂਧੀ ਨੇ ਰਸ਼ੀਆ ਨਾਲ ਮਿਲ ਕੇ ਪਹਿਲਾਂ ਬੈਂਕ ਜਾਂ ਹੋਰ ਅਦਾਰੇ ਨੈਸ਼ਨਲਾਈਜ਼ ਕੀਤੇ, ਉਹਦਾ ਆਪਣਾ ਤਰੀਕਾ ਸੀ। ਜਦੋਂ ਉਹਨੂੰ ਲੱਗਿਆ ਕਿ ਇਹਦੇ ਨਾਲ ਵੀ ਮੇਰਾ ਕੰਟਰੋਲ ਨਹੀਂ ਹੁੰਦਾ, ਉਹਨੇ ਐਮਰਜੈਂਸੀ ਲਾਤੀ। ਉਸ ਤੋਂ ਬਾਅਦ ਸਿੱਖਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ, ਉਹਨਾਂ ਨੇ ਸਿੱਖਾਂ ਨੂੰ ਸਿੱਧੇ ਰੂਪ 'ਚ ਮਾਰਨਾ ਸ਼ੁਰੂ ਕਰਤਾ। 78 ਦੇ ਵਿੱਚ ਇੱਕ ਯੋਜਨਾ ਦੇ ਤਰੀਕੇ ਦੇ ਨਾਲ ਸੈਂਟਰ ਨੇ ਨਿਰੰਕਾਰੀਆਂ ਤੋਂ ਸਿੱਖ ਸ਼ਹੀਦ ਕਰਾਤੇ, ਅਤੇ ਬਾਦਲ ਸਿੱਖ ਚੀਫ ਮਿਨਿਸਟਰ ਹੋਣ ਦੇ ਬਾਵਜੂਦ ਵੀ ਉਹਦੀ ਸਰਕਾਰ ਸੀਗੀ, ਉਹ ਨਿਰੰਕਾਰੀਆਂ ਨੂੰ ਸਜ਼ਾ ਨਹੀਂ ਦਿਵਾ ਸਕਿਆ, ਜਦ ਕਿ 13 ਬੰਦੇ ਸੜਕ 'ਤੇ ਸ਼ਹੀਦ ਹੋਏ ਪਏ ਨੇ, ਅੰਦਰੋਂ ਗੋਲੀ ਚੱਲਦੀ ਹੈ ਨਿਰੰਕਾਰੀ ਭਵਨ 'ਚੋਂ। ਅਤੇ ਸਰਕਾਰ ਕਿੱਥੇ ਬੈਠੀ ਹੈ? ਉਹਦਾ ਆਪਣਾ ਮਿਨਿਸਟਰ ਜੀਵਨ ਸਿੰਘ ਉਮਰਾ ਨੰਗਲ ਵੀ ਅੰਦਰ ਬੈਠਾ ਹੈ, ਫਿਰ ਵੀ ਕੋਈ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ। ਅਤੇ ਅੱਜ ਇਸ ਗੱਲ ਨੂੰ ਮੈਂ 42 ਸਾਲ ਹੋ ਗਏ, 43 ਸਾਲ, ਅਤੇ ਇੱਕ ਵੀ ਨਿਰੰਕਾਰੀ ਨੂੰ ਸਜ਼ਾ ਨਹੀਂ ਹੋਈ। ਜਦੋਂ ਉਹ ਪੜਾਅ ਵੀ ਅੱਗੇ ਚਲੇ ਗਏ, ਫਿਰ 84 ਵਾਲਾ ਹਮਲਾ ਕਰਤਾ ਇਹਨਾਂ ਨੇ। ਫਿਰ ਉਦੋਂ ਵੀ ਅੱਗੇ ਜਦੋਂ ਇੰਦਰਾ ਗਾਂਧੀ ਨੂੰ ਦੀ ਸਜ਼ਾ ਮਿਲੀ ਤਾਂ ਰਾਜੀਵ ਗਾਂਧੀ ਨੇ ਕਹਿਤਾ ਵੀ ਵੱਡਾ ਪੇੜ ਹਿੱਲਣ ਨਾਲ ਹਿਲਜੁਲ ਹੁੰਦੀ ਆ, ਭਾਵ ਸਾਡਾ ਜੈਨੋਸਾਈਡ ਕਰਤਾ। ਮਤਲਬ ਜਿਹੜਾ ਕਤਲੇਆਮ ਸਿੱਖ ਕੌਮ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੁੰਦਾ ਹੈ, ਉਸ ਨੂੰ ਤੁਸੀਂ ਦੋਸ਼ ਲਗਾ ਰਹੇ ਹੋ ਕਿ ਰਾਜੀਵ ਗਾਂਧੀ ਨੇ ਉਹਦੀ ਨਿੰਦਿਆ ਕਰਨ ਦੀ ਬਜਾਏ ਜਿਹੜਾ ਉਹਨੂੰ ਸਹੀ ਠਹਿਰਾਇਆ ਕਿਤੇ ਨਾ ਕਿਤੇ ਆਪਣੇ ਬਿਆਨ ਦੇ ਨਾਲ। ਉਹ ਵੀ ਉਹੀ ਕਰ ਰਿਹਾ ਸੀ ਰਾਜੀਵ ਗਾਂਧੀ ਜੋ ਅੱਜ ਮੋਦੀ ਕਰ ਰਿਹਾ। ਉਹ ਵੀ ਹਿੰਦੂ ਵੋਟ ਨੂੰ ਪ੍ਰਭਾਵਿਤ ਕਰ ਰਿਹਾ ਸੀ। ਤੁਸੀਂ ਦੇਖੋ ਨਾ, 70 ਸਾਲ ਦੇ ਵਿੱਚ ਕਾਂਗਰਸ ਨੇ ਸਰਕਾਰਾਂ ਬਹੁਤ ਬਣਾਈਆਂ ਨੇ, ਪਰ ਜਿਸ ਸਾਲ ਉਹਨੇ ਸਿੱਖਾਂ ਦਾ ਜੈਨੋਸਾਈਡ ਕਰਾਇਆ, ਉਸ ਸਾਲ ਉਹਨੂੰ ਅੱਜ ਤੱਕ ਦੀ ਹਿਸਟਰੀ ਵਿੱਚ ਸਭ ਤੋਂ ਜ਼ਿਆਦਾ ਪਾਰਲੀਮੈਂਟ ਸੀਟਾਂ ਮਿਲੀਆਂ। ਇੰਨਾ ਕੀ ਹੋ ਗਿਆ ਸੀ ਵੀ ਇੱਕ ਕੌਮ ਨੂੰ ਮਾਰ ਕੇ ਉਹੀ ਗੱਲ ਫਿਰ ਮੋਦੀ ਨੂੰ ਲੱਗੀ ਚੰਗੀ ਕਿ ਰਾਜ ਐਂ ਬਣਦੇ ਨੇ। ਉਹਨੇ ਪਹਿਲਾਂ ਗੁਜਰਾਤ ਦੇ ਵਿੱਚ ਮੁਸਲਮਾਨ ਮਰਵਾਏ, CM ਬਣਿਆ, ਫਿਰ ਸਿੱਖ ਜ਼ਿਮੀਂਦਾਰਾਂ ਦੀ ਜ਼ਮੀਨ ਖੋਈ, ਅਤੇ ਅੱਜ ਉਹ ਪ੍ਰਾਈਮ ਮਿਨਿਸਟਰ ਬਣ ਗਿਆ। ਸੋ ਮੇਰਾ ਮਤਲਬ ਕਹਿਣ ਤੋਂ ਇਸ ਦੇਸ਼ ਦਾ ਜਿਹੜਾ ਨਿਜ਼ਾਮ ਹੈ ਨਾ ਉਹ ਇਸ ਤਰ੍ਹਾਂ ਚੱਲਦਾ। ਅੱਜ ਮੋਦੀ ਨੇ ਇੱਕ RSS ਦੇ ਨਾਲ ਮਿਲ ਕੇ ਜਾਂ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਹਿੰਦੂ ਰਾਸ਼ਟਰਵਾਦ ਵੱਲ ਕਦਮ ਵਧਾਏ ਨੇ। ਜਿਹੜਾ ਅੱਜ ਦਾ ਆਪਣਾ ਵਿਸ਼ਾ ਨਾ, ਜਿਹੜਾ ਅੰਦੋਲਨ ਚੱਲ ਰਿਹਾ ਹੈ, ਇਹ ਕਹਿੰਦਾ ਹੈ ਕਿ ਕੁਝ ਇੱਕ ਕਾਰਪੋਰੇਟਸ ਦੇ ਕੋਲ ਇਹ ਸਾਰੇ ਇੰਡੀਆ ਦਾ ਸਿਸਟਮ ਹੋਵੇ, ਅਤੇ ਉਸ ਸਿਸਟਮ ਦੇ ਉੱਪਰ ਜਿਹੜੇ ਬੰਦੇ ਬੈਠੇ ਹੋਣ ਉਹ ਹਿੰਦੂ ਰਾਸ਼ਟਰਵਾਦ ਜਿਹੜਾ ਹੈ ਉਹ ਫੈਲਾ ਦੇਣ, ਲਾਗੂ ਕਰ ਦੇਣ, ਜਿਹਦੇ ਵਿੱਚ ਕਈ ਸਟੈਪ ਤਾਂ ਇਹਨਾਂ ਨੇ ਕਰ ਲਏ ਸੀ। ਜਿਵੇਂ 370 ਧਾਰਾ ਖਤਮ ਕਰ ਦਿੱਤੀ, 35A ਖਤਮ ਕਰਤਾ, 3 ਤਲਾਕ ਖਤਮ ਕਰਤੇ, ਰਾਮ ਮੰਦਿਰ ਬਣਾਉਣ ਦਾ ਜ਼ਬਰਦਸਤੀ ਫੈਸਲਾ ਕਰਵਾ ਲਿਆ, NRC CAA ਦੇ ਉੱਤੇ ਲੋਕਾਂ ਦੀ ਇੱਕ ਨਹੀਂ ਸੁਣੀ,
ਕਰੋਨਾ ਕਰਕੇ ਬਹਾਨਾ ਕਰਕੇ ਉਹਨਾਂ ਨੂੰ ਉਠਾਤਾ। ਅਗਲਾ ਜਿਹੜਾ ਵਿਸ਼ਾ ਉਹਨਾਂ ਨੇ ਚੁਣਿਆ ਉਹ ਖੇਤੀ ਸੀ, ਵੀ ਖੇਤੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਉਹਨਾਂ ਦੇ ਜਿਹੜੇ 4-10 ਉੱਪਰਲੇ ਕਾਰਪੋਰੇਟ ਨੇ, ਉਹਦੇ 'ਚ ਅਡਾਨੀ ਅਤੇ ਅੰਬਾਨੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਉੱਪਰਲੇ ਪੱਧਰ ਦੇ ਹਿੰਦੂ ਰਾਸ਼ਟਰ ਦੇ ਅੰਡਰ ਚੱਲਣ ਵਾਲੇ ਕਾਰਪੋਰੇਟਸ ਨੇ, ਉਦਯੋਗਪਤੀ ਨੇ। ਸੋ ਉਹ ਜਦੋਂ ਉਹ ਇੱਥੇ ਆ ਕੇ ਮੋਦੀ ਸਿਸਟਮ ਜਿਹੜਾ ਉਹ ਫਸ ਗਿਆ। ਉਹ ਫਸਿਆ ਤਾਂ ਕਿ ਜਿਹੜੇ ਖੇਤੀ ਕਾਨੂੰਨ ਉਹ ਲਿਆਏ ਨੇ ਉਹਨਾਂ ਨੇ ਸਾਰਿਆਂ 'ਤੇ ਅਸਰ ਕਰਨਾ ਹੈ, ਪਰ ਸਭ ਤੋਂ ਜ਼ਿਆਦਾ ਅਸਰ ਜਿਹੜੇ ਟੋਟਲੀ ਜਿਨ੍ਹਾਂ ਦੀ ਵਿਰਾਸਤ, ਜਿਨ੍ਹਾਂ ਦੀ ਇਤਿਹਾਸ ਅਤੇ ਜਿਨ੍ਹਾਂ ਦੀ ਮੌਜੂਦਾ ਆਰਥਿਕਤਾ ਖੇਤ 'ਤੇ ਖੜ੍ਹੀ ਹੈ, ਉਹਨਾਂ 'ਚੋਂ ਪੰਜਾਬ ਮੋਹਰੀ ਹੈ। ਉਹ ਜਦੋਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆਈ ਕਿ ਸਾਡਾ ਤਾਂ ਸਾਰਾ ਕੁਝ ਉਦਯੋਗਪਤੀਆਂ ਦੇ ਹੱਥ ਹੋ ਜਾਊਗਾ, ਅਸੀਂ ਜਾਂ ਤਾਂ ਮਜ਼ਦੂਰ ਬਣ ਜਾਵਾਂਗੇ ਜਾਂ ਫਿਰ ਅਸੀਂ ਰਕਸ਼ੇ ਚਲਾਵਾਂਗੇ। ਸੋ ਉਹ ਜਦੋਂ ਇੱਕ ਬਵਾਲ ਉੱਠਿਆ, ਮੋਦੀ ਪਿਛਲੇ 4-5 ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹ ਕਾਨੂੰਨ ਬਣਾ ਚੁੱਕਾ, ਅਤੇ ਉਹਦਾ ਵਿਰੋਧ ਉੱਦਾਂ ਨਹੀਂ ਹੋਇਆ ਜਿੱਦਾਂ ਹੋਣਾ ਚਾਹੀਦਾ ਸੀ। ਪਰ ਇੱਥੇ ਆ ਕੇ ਉਹਦਾ ਵਿਰੋਧ ਹੋ ਗਿਆ, ਅਤੇ ਜਿਹੜੇ ਦੂਜੇ ਬੰਦੇ ਦੁਖੀ ਸੀ ਉਹ ਵੀ ਫਿਰ ਪੰਜਾਬ ਨੂੰ ਥੈਂਕਸ ਕਰਕੇ ਨਾਲ ਚੱਲ ਗਏ। ਖਾਸ ਕਰ ਹਰਿਆਣਾ, ਰਾਜਸਥਾਨ, ਉੱਤਰਾਖੰਡ, ਪੱਛਮੀ ਯੂਪੀ ਅਤੇ ਬਾਕੀ ਦੇ ਸੂਬੇ ਜਿਹੜੇ ਸੀ ਨਾ ਉਹ ਸਾਰੇ ਨਾਲ ਲੱਗ ਗਏ। ਸੋ ਇਹ ਜਿਹੜਾ ਅੰਦੋਲਨ ਹੈ ਇਹ ਜ਼ਰੂਰੀ ਸੀ। ਜੋ 70 ਸਾਲ ਦੇ ਵਿੱਚ ਆਮ ਲੋਕਾਂ ਦੀ ਲੁੱਟ ਖਸੁੱਟ ਕੀਤੀ ਆ ਵੱਖ-ਵੱਖ ਸਰਕਾਰਾਂ ਨੇ, ਉਹਦਾ ਸਿਖਰ ਮੋਦੀ ਕਰਨਾ ਚਾਹੁੰਦਾ ਸੀ। ਪਰ ਚੰਗਾ ਹੋਇਆ ਪੰਜਾਬ ਦੇ ਜਿਹੜੀ ਵਿਰਾਸਤ ਹੈ, ਜਿਹੜੀ ਗੁਰੂਆਂ ਤੋਂ ਮਿਲੀ ਹੈ, ਉਹਨੇ ਉਸ ਚੈਲੰਜ ਨੂੰ ਪ੍ਰਵਾਨ ਕੀਤਾ ਅਤੇ ਅੱਜ ਉਹ ਪੂਰੇ ਡਟ ਕੇ ਉੱਥੇ ਲੜਾਈ ਲੜ ਰਹੇ। ਸਰ, ਤੁਸੀਂ ਨੇ 70 ਸਾਲਾਂ ਦਾ ਇਤਿਹਾਸ ਬੜੇ ਵਧੀਆ ਤਰੀਕੇ ਦੇ ਨਾਲ ਦੱਸ ਦਿੱਤਾ ਕਿ ਕੀ ਹੋ ਰਿਹਾ ਹੈ, ਪਾਰਟੀਆਂ ਨੇ ਕੀ ਕੁਝ ਕੀਤਾ ਹੈ ਪੰਜਾਬ ਦੇ ਨਾਲ ਜਾਂ ਦੇਸ਼ ਦੇ ਨਾਲ। ਕੀ ਕੋਈ ਇਹੀ ਜਿਹੀ ਪਾਰਟੀ ਜਾਂ ਕੋਈ ਇਹੀ ਜਿਹੀ ਸਰਕਾਰ ਹਲੇ ਤੱਕ ਕੇਂਦਰ ਦੇ ਵਿੱਚ ਨਹੀਂ ਬਣੀ ਜਿਸ 'ਤੇ ਆਪਣੇ ਪੰਜਾਬੀ ਜਿਹੜੇ ਨੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਣ, ਜਿਹੜੇ ਸਾਡੇ ਹੱਕਾਂ ਦੀ ਗੱਲ ਕਰ ਸਕੇ, ਖੇਤੀ ਦੇ ਹੱਕਾਂ ਦੀ ਗੱਲ ਕਰ ਸਕੇ? ਦੇਖੋ, ਇਸ ਤਰ੍ਹਾਂ ਨਾਲ ਸਮਝਣਾ ਪਏਗਾ, ਜਿਹੜਾ ਵੀ ਕੋਈ ਦੇਸ਼ ਹੁੰਦਾ ਹੈ ਨਾ, ਉਸ ਦੇਸ਼ ਦੀ ਇੱਕ ਸਟੇਟ ਪਾਲਿਸੀ ਹੁੰਦੀ ਹੈ। ਉਹਦੇ ਮੁਤਾਬਕ ਸਰਕਾਰ ਭਾਵੇਂ ਕੋਈ ਬਦਲ ਜਾਵੇ, ਉਹ ਸਟੇਟ ਪਾਲਿਸੀ ਨੂੰ ਛੱਡ ਨਹੀਂ ਸਕਦੀ। ਸਿੱਖਾਂ ਨੂੰ ਜਾਂ ਮੇਰੀ ਅੱਜ 60 ਸਾਲ ਦੇ ਨੇੜੇ ਤੇੜੇ ਉਮਰ ਹੈ, ਮੈਨੂੰ ਵੀ ਜਾ ਕੇ ਹੁਣ ਸਮਝ ਆਈ ਹੈ ਕਿ ਜਿਹੜੀ ਸਟੇਟ ਪਾਲਿਸੀ ਹੈ ਉਹ ਤਾਂ 1947 ਤੋਂ ਪਹਿਲਾਂ ਹੀ ਡਿਸਾਈਡ ਕਰ ਦਿੱਤੀ ਗਈ ਸੀ। ਉਹਦੇ ਮੁਤਾਬਕ ਹੀ ਅੱਗੇ ਸਰਕਾਰਾਂ ਕਰ ਰਹੀਆਂ ਸੀਗੀਆਂ। ਸੋ ਕੋਈ ਬਹੁਤ ਇਮਾਨਦਾਰ ਵਿਅਕਤੀ, ਕੁਝ ਕੁ ਅੰਸ਼ ਸੀਗੇ ਚੰਦਰ ਸ਼ੇਖਰ ਜੀ ਵਿੱਚ ਜਿਨ੍ਹਾਂ ਨੂੰ ਸਮਾਂ ਹੀ ਬਹੁਤ ਘੱਟ ਮਿਲਿਆ। ਅਦਰਵਾਈਜ਼ ਕੋਈ ਬਹੁਤ ਬਹਾਦਰ ਕਿਸਮ ਦਾ ਅਤੇ ਸਿਆਣਾ, ਜਿਵੇਂ ਕਿ ਸਿੱਖਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਆਏ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਏ, ਜਿਹੜੇ ਆਪਣੀ ਅਕੀਦਤ ਤੋਂ ਡੋਲ ਨਹੀਂ ਰਹੇ। ਉਹ ਕਹਿੰਦੇ ਨੇ ਜਿਸ ਮਿਸ਼ਨ ਦੇ ਉੱਤੇ, ਮਨੁੱਖੀ ਅਧਿਕਾਰਾਂ ਦੇ ਮਿਸ਼ਨ ਦੇ ਉੱਪਰ ਅਸੀਂ ਚੱਲੇ ਹਾਂ, ਉਸ ਮਿਸ਼ਨ ਨੂੰ ਕੋਈ ਖਰੀਦ ਨਹੀਂ ਸਕਦਾ, ਉਹਨੂੰ ਕੋਈ ਦਬਾ ਨਹੀਂ ਸਕਦਾ, ਸਾਡਾ ਮੂੰਹ ਬੰਦ ਨਹੀਂ ਕਰਾ ਸਕਦਾ। ਇਹੋ ਜਿਹਾ ਕੋਈ ਲੀਡਰ ਜੇ ਇੰਡੀਆ ਲੈਵਲ 'ਤੇ ਆਊਗਾ ਫਿਰ ਹੀ ਅਸੀਂ ਤੁਹਾਡੇ ਕਹੇ ਮੁਤਾਬਕ ਕੋਈ ਆਸ ਕਰ ਸਕਦੇ ਹਾਂ। ਜੇ ਸਟੇਟ ਪਾਲਿਸੀ ਜਿਹੜੀ ਸਾਨੂੰ 1947 'ਚ ਹੀ ਕਹਿੰਦੀ ਹੈ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਨੇ, ਤਾਂ ਉਸ ਤੋਂ ਅਸੀਂ ਆਸ ਕਰੀਏ ਕਿ ਸਾਨੂੰ ਨਿਆਂ ਮਿਲੂਗਾ। ਜਰਾਇਮ ਪੇਸ਼ਾ ਕੌਮ, ਤੁਸੀਂ ਨੇ ਗੱਲ ਛੇੜੀ, ਚਲੋ ਆਪਣਾ ਥੋੜ੍ਹਾ ਜਿਹਾ ਮੁੱਦੇ ਤੋਂ ਆਪਾਂ ਥੋੜ੍ਹਾ ਦੂਰ ਜਾ ਰਹੇ ਹਾਂ, ਪਰ ਜਰਾਇਮ ਪੇਸ਼ਾ ਕੌਮ ਕਿਸ ਨੇ ਕਿਹਾ? ਕੁਝ ਰਿਕਾਰਡਸ ਦੇ ਵਿੱਚ ਹੈ ਇਸ ਦੇ ਬਾਰੇ ਦਰਜ? ਗੱਲ ਇਹ ਹੈ ਕਿ ਜਿਹੜਾ 47 ਤੋਂ ਬਾਅਦ ਇੱਕ ਮਨੋਨੀਤ ਸਰਕਾਰ ਬਣੀ, ਨੋਮੀਨੇਟਡ ਗੌਰਮੈਂਟ, ਕਿਉਂਕਿ ਇਲੈਕਸ਼ਨ ਤਾਂ ਪਹਿਲੀਆਂ ਹੋਈਆਂ ਨੇ 52 ਦੇ ਵਿੱਚ। ਜਿਹੜੀ ਨੋਮੀਨੇਟਡ ਸਰਕਾਰ ਸੀ ਉਹਦੇ 'ਚ ਗੁਲਜ਼ਾਰੀ ਨਾਲ ਨੰਦਾ ਅਤੇ ਪਟੇਲ, ਇਹਨਾਂ ਨੇ ਗ੍ਰਹਿ ਵਿਭਾਗ ਨੂੰ ਇੰਡੀਆ ਦੇ ਨੂੰ ਸਾਂਭਿਆ। ਉਹਨਾਂ ਨੇ ਇਹ ਪੱਤਰ ਜਾਰੀ ਕੀਤੇ ਸਾਰੇ ਡੀਸੀਆਂ ਨੂੰ। ਉਹਨਾਂ ਦੀ ਬਦਕਿਸਮਤੀ ਇਹ ਹੈ ਕਿ ਇੱਕ ਡੀਸੀ ਸਰਦਾਰ ਕਪੂਰ ਸਿੰਘ ਸੀ ਕਾਂਗੜੇ ਦੇ, ICS। ਉਹਨਾਂ ਨੇ ਜਦੋਂ ਉਹਨਾਂ ਕੋਲ ਵੀ ਇੱਕ ਪੱਤਰ ਇਹ ਪਹੁੰਚਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਅਤੇ ਹਰ ਡਿਪਟੀ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਆਮ ਸ਼ਹਿਰੀਆਂ ਨੂੰ ਸਿੱਖਾਂ ਤੋਂ ਬਚਾ ਕੇ ਰੱਖਿਆ। ਇਹ ਇੱਕ ਸੋਚ ਕ੍ਰੀਏਟ ਕੀਤੀ ਗਈ ਕਿ ਬਿਨਾਂ ਕਿਸੇ ਕ੍ਰਾਈਮ ਕੀਤਿਆਂ ਵੀ ਸਿੱਖਾਂ ਨੂੰ ਦਬਾ ਕੇ ਰੱਖੋ ਸਰਕਾਰ ਦੇ ਨਜ਼ਰਾਂ ਦੇ ਵਿੱਚ ਕਿ ਤੁਸੀਂ ਤਾਂ ਡਾਕੂ ਚੋਰ ਹੋ, ਜਰਾਇਮ ਪੇਸ਼ਾ ਡਾਕੂ ਚੋਰ ਲੋਕ ਹੋ, ਜੇ ਤੁਸੀਂ ਕੋਈ ਕਰੋਗੇ ਤੁਹਾਨੂੰ ਜੇਲ੍ਹਾਂ 'ਚ ਡੱਕ ਦਾਂਗੇ। ਔਰ ਇਹ ਵੀ ਮੈਂ ਇੱਥੇ ਰਿਕਾਰਡ ਕਰਾਉਣਾ ਚਾਹੁੰਦਾ ਕਿ ਇੰਡੀਆ ਦਾ 47 ਤੋਂ ਬਾਅਦ ਪਹਿਲਾ ਕੈਦੀ, ਸਿਆਸੀ ਕੈਦੀ ਮਾਸਟਰ ਤਾਰਾ ਸਿੰਘ ਹੈ, ਜਿਹੜਾ ਵਿਚਾਰਾ ਵਿਸ਼ਵਾਸ ਕਰਕੇ ਗਾਂਧੀ, ਪਟੇਲ, ਨਹਿਰੂ ਤੇ ਇਸ ਦੇਸ਼ ਦੇ ਵਿੱਚ ਆਪਣੀ ਕੌਮ ਨੂੰ ਆਉਣ ਲਈ ਸਹਿਮਤ ਹੋ ਗਿਆ ਸੀ। ਪਹਿਲਾ ਸਿਆਸੀ ਕੈਦੀ ਵੀ ਉਹ ਹੈ, ਕਿਉਂਕਿ ਜਿਹੜੇ ਉਹਦੇ ਨਾਲ ਵਾਅਦੇ ਕੀਤੇ ਗਏ ਸੀ ਉਹ ਜਿਹੜੇ ਨੇ ਉਹ ਪੂਰੇ ਜਦੋਂ ਹੁੰਦੇ ਨਹੀਂ ਦਿਸੇ,
ਉਹਨੇ ਵਿਰੋਧ ਕੀਤਾ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ। ਖੈਰ ਇਹ ਜਿਹੜਾ ਵਿਸ਼ਾ ਬਹੁਤ ਲੰਮਾ ਹੈ ਅਤੇ ਮੈਂ ਕਿਸਾਨੀ ਅੰਦੋਲਨ ਬਾਰੇ ਕਹਿ ਰਿਹਾ ਕਿ ਇੱਥੇ ਦੋ ਪੱਖ ਹੁਣ ਸਾਹਮਣੇ ਆ ਰਹੇ ਨੇ। ਇੱਕ ਤਾਂ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਯੂਨੀਅਨਾਂ ਅਤੇ ਅਸੀਂ ਸਾਰੇ ਉੱਥੇ ਗਏ ਹਾਂ, ਪੰਜਾਬ ਦੇ ਲੋਕ ਅਤੇ ਬਾਕੀ ਲੋਕ, ਇੱਕ ਤਾਂ ਉਹ ਮੰਗਾਂ ਨੇ 3 ਬਿੱਲ ਰੱਦ ਕਰਨੇ ਅਤੇ MSP ਕਾਨੂੰਨੀ ਤੌਰ 'ਤੇ ਲਾਗੂ ਕਰਾਉਣੀ। ਉਸ ਤੋਂ ਬਿਨਾਂ ਜੋ ਹੁਣ 26 ਜਨਵਰੀ ਤੋਂ ਬਾਅਦ ਉੱਥੇ ਜਾਂ 26 ਨਵੰਬਰ ਤੋਂ ਹੀ ਤੁਹਾਨੂੰ ਕੈਨਲਸ, ਵਾਟਰ ਕੈਨਲਸ ਮਿਲੇ, ਤੁਹਾਨੂੰ ਟਰੱਕ ਰੇਤੇ ਦੇ ਭਰੇ ਮਿਲੇ, ਤੁਹਾਨੂੰ ਸੜਕਾਂ ਖੋਦੀਆਂ ਮਿਲੀਆਂ, ਤੁਹਾਨੂੰ ਅਥਰੂ ਗੈਸ ਮਿਲਿਆ, ਉਹ ਤਸ਼ੱਦਦ ਹੋ ਹੀ ਰਿਹਾ ਸੀ। ਪਰ ਉਹ ਮਨੁੱਖੀ ਅਧਿਕਾਰ ਦਾ ਵਿਸ਼ਾ ਹੈ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਦੇ ਵੀ ਮਨੁੱਖੀ ਅਧਿਕਾਰਾਂ 'ਤੇ ਚੁੱਪ ਬੈਠ ਕੇ ਨਹੀਂ ਬੈਠ ਸਕਦੇ ਕਿ ਕਿਸੇ ਦੇ ਮਨੁੱਖੀ ਅਧਿਕਾਰ ਖੋਏ ਜਾ ਰਹੇ ਹੋਣ, ਦਬੇ ਜਾ ਰਹੇ ਹੋਣ, ਕੁਚਲੇ ਜਾ ਰਹੇ ਹੋਣ ਅਤੇ ਅਸੀਂ ਚੁੱਪ ਕਰਕੇ ਬੈਠੀਏ। ਠੀਕ ਹੈ, ਅਸੀਂ ਕਿਸਾਨੀ ਅੰਦੋਲਨ ਵਿੱਚ ਗੱਲਬਾਤ ਦਾ ਅਧਿਕਾਰ ਅੱਜ ਤੱਕ ਜਾਂ ਉਨੇ ਸਮੇਂ ਤੱਕ ਕਿਸਾਨ ਲੀਡਰਾਂ ਨੂੰ ਹੀ ਦਿੰਦੇ ਹਾਂ ਜਿੰਨੀ ਦੇਰ ਤੱਕ ਉਹ ਕੋਈ ਫੈਸਲਾ ਨਹੀਂ ਕਰਦੇ। ਫੈਸਲਾ ਜੇ ਤਾਂ ਆਵਾਮ ਦੀ ਸੋਚ ਮੁਤਾਬਕ ਹੋਇਆ, ਇੱਛਾ ਮੁਤਾਬਕ ਹੋਇਆ, ਫਿਰ ਤਾਂ ਅਸੀਂ ਉਹਨਾਂ ਨੂੰ ਗੁਲਾਬ ਦੇ ਹਾਰ ਪਾਵਾਂਗੇ। ਪਰ ਜੇਕਰ ਉਹਨਾਂ ਨੇ ਲੌਂਗੋਵਾਲ ਜਾਂ ਬਾਦਲ ਜਾਂ ਅਮਰਿੰਦਰ ਜਾਂ ਦਰਬਾਰਾ ਸਿੰਘ ਵਾਂਗ ਕੀਤਾ ਪੰਜਾਬ ਦੇ ਨਾਲ ਧੋਖਾ, ਤਾਂ ਫਿਰ ਜੋ ਉਹਨਾਂ ਨਾਲ ਹੋਈ ਹੈ ਉਹ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨਾਲ ਵੀ ਹੋਊਗੀ। ਇਹ ਸੋਚ ਕੇ ਆਉਣ। ਦੂਜੀ ਗੱਲ ਇਹ ਹੈ ਕਿ ਇਸ ਮੰਗਾਂ ਤੋਂ ਬਿਨਾਂ ਜਿਹੜਾ 26 ਜਨਵਰੀ ਤੋਂ ਬਾਅਦ ਦਮਨਕਾਰੀ ਇੱਕ ਰੋਲ ਨਿਭਾ ਰਹੀ ਹੈ ਸੈਂਟਰ ਗੌਰਮੈਂਟ, ਅਤੇ ਕੁਝ ਇੱਕ ਕਿਸਾਨ ਯੂਨੀਅਨਾਂ ਪਤਾ ਨਹੀਂ ਕੀ ਸੋਚ ਕੇ ਚੁੱਪ ਕਰ ਗਈਆਂ ਨੇ ਇਹਨਾਂ ਬੱਚਿਆਂ ਦੀ ਗ੍ਰਿਫਤਾਰੀ ਉੱਪਰ। ਅੱਡ ਕੇਸ, ਇੱਕ ਬੱਚਾ ਸਾਡਾ ਸ਼ਹੀਦ ਹੋ ਗਿਆ ਨਵਰੀਤ ਸਿੰਘ। ਇਹਨਾਂ ਸਾਰੀਆਂ ਘਟਨਾਵਾਂ 'ਤੇ ਕਿਸਾਨ ਅੰਦੋਲਨ ਦੇ ਲੀਡਰ ਉਸ ਤਰ੍ਹਾਂ ਨਹੀਂ ਬੋਲੇ। ਫਿਰ ਸਾਡੀ ਪਾਰਟੀ ਨੇ 12 ਫਰਵਰੀ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਮਾਨ ਸਾਹਿਬ ਨੇ, ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਐਲਾਨ ਕਰਤਾ ਕਿ ਜੇਕਰ ਇਹ ਸਾਰੇ ਝੂਠੇ ਕੇਸ ਜਿਹੜੇ ਕਿਸਾਨ ਲੀਡਰਾਂ 'ਤੇ ਵੀ ਹੈਗੇ ਨੇ ਉਹ ਵੀ, ਅਤੇ ਬਾਕੀ ਨੌਜਵਾਨਾਂ 'ਤੇ, ਦੀਪ ਸਿੱਧੂ 'ਤੇ ਨੇ, ਲੱਖੇ ਸਿਧਾਣੇ 'ਤੇ ਨੇ, ਹੋਰ ਮੈਂ ਦੱਸਿਆ ਇਕਬਾਲ ਸਿੰਘ ਜੀ 'ਤੇ ਨੇ, ਮਹਿੰਦਰ ਸਿੰਘ ਜੀ 'ਤੇ ਨੇ, ਸਾਰਿਆਂ ਦੇ ਉੱਤੇ, ਦਿਸ਼ਾ ਰਵੀ ਦੇ ਉੱਤੇ ਕੀਤਾ ਗਿਆ, ਜਾਂ ਗ੍ਰੇਟਾ 'ਤੇ ਕੀਤਾ ਗਿਆ, ਜਾਂ ਨਵਦੀਪ 'ਤੇ ਕੀਤਾ ਗਿਆ। ਇੱਦਾਂ ਕਿੰਨੇ ਹੀ ਨਾਮ ਨੇ। ਜਾਂ ਨਵਰੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਜੇਕਰ ਇਹ ਝੂਠੇ ਕੇਸ ਵਾਪਸ ਨਾ ਲੈ ਕੇ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਮਾਨ ਸਾਹਿਬ ਨੇ 12 ਫਰਵਰੀ ਨੂੰ ਕਿਹਾ ਸੀ ਕਿ 10 ਦਿਨਾਂ ਬਾਅਦ ਅਸੀਂ ਫਿਰ ਇਹਦਾ ਅਗਲਾ ਜੱਥਾ ਜਿਹੜਾ ਹੈ ਉਹ ਤੋਰਾਂਗੇ, ਵੀ ਜਾਂ ਤਾਂ ਇਹਨਾਂ ਨੂੰ ਰਿਹਾ ਕਰੋ ਜਾਂ ਸਾਨੂੰ ਵੀ ਗ੍ਰਿਫਤਾਰ ਕਰੋ। ਉਸ ਵਿੱਚ ਅਸੀਂ 10 ਦਿਨ ਕਿਸੇ ਸਰਕਾਰ ਨੇ, ਕਿਸੇ ਹੋਰ ਲੀਡਰ ਨੇ, ਕਿਸੇ ਕਿਸਾਨ ਲੀਡਰ ਨੇ ਕੋਈ ਮਤਲਬ ਕਿ ਇਹਦੇ ਬਾਰੇ ਨਹੀਂ ਕਿਹਾ ਜਾਂ ਪ੍ਰੋਗਰਾਮ ਨਹੀਂ ਦਿੱਤਾ। ਫਿਰ 23 ਫਰਵਰੀ ਨੂੰ ਅਸੀਂ ਹੁਣ ਹਰ ਹਫ਼ਤੇ ਇੱਕ ਜੱਥਾ ਤੋਰਦੇ ਹਾਂ। ਉਹਦਾ ਮਕਸਦ ਇਹ ਹੈ ਕਿ ਜਾਂ ਤਾਂ ਦੁਨੀਆ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰੋ, ਕਿਉਂਕਿ ਜੇ ਸਾਨੂੰ ਗ੍ਰਿਫਤਾਰ ਕਰਦੇ ਨੇ ਇਹ ਸੁਨੇਹਾ ਜਾਊਗਾ ਕਿ ਨਿਰਦੋਸ਼ ਲੋਕਾਂ ਨੂੰ ਗ੍ਰਿਫਤਾਰ ਕਰੀ ਜਾਂਦੇ ਨੇ, ਅਤੇ ਅਸੀਂ ਕਹਿੰਦੇ ਹਾਂ ਜੇ ਸਾਨੂੰ ਨਹੀਂ ਗ੍ਰਿਫਤਾਰ ਕਰਦੇ, ਅਸੀਂ ਨਿਰਦੋਸ਼ ਹਾਂ, ਤਾਂ ਜਿਹੜੇ ਤੁਸੀਂ ਫੜ ਲਏ ਨੇ ਉਹ ਵੀ ਨਿਰਦੋਸ਼ ਨੇ, ਉਹਨਾਂ ਨੂੰ ਫਿਰ ਕਿਉਂ ਗ੍ਰਿਫਤਾਰ ਕੀਤਾ ਹੋਇਆ? ਸੋ ਜਾਂ ਤਾਂ ਉਹਨਾਂ ਨੂੰ ਵੀ ਰਿਹਾ ਕਰੋ ਜਾਂ ਸਾਨੂੰ ਵੀ ਗ੍ਰਿਫਤਾਰ ਕਰੋ। 3 ਜੱਥੇ ਸਾਡੇ ਜਾ ਚੁੱਕੇ ਨੇ। ਚੌਥਾ ਜੱਥਾ ਫਤਿਹਗੜ੍ਹ ਸਾਹਿਬ ਤੋਂ 16 ਮਾਰਚ ਨੂੰ ਜਾਣਾ ਅਤੇ ਅਸੀਂ ਇਹ ਲਗਾਤਾਰ ਤੋਰਦੇ ਰਹਾਂਗੇ। ਇੱਕ ਹੋਰ ਬੜਾ ਮੁੱਦਾ ਭਖਿਆ ਹੋਇਆ ਹੈ ਇਸ ਕਿਸਾਨੀ ਸੰਘਰਸ਼ ਦੇ ਵਿੱਚ, ਖਾਸ ਤੌਰ 'ਤੇ ਸਰਕਾਰ ਵਾਲੇ ਪਾਸੇ ਤੋਂ ਆਪਾਂ ਗੱਲ ਕਰੀਏ, ਖਾਲਿਸਤਾਨੀ ਕਹਿ ਦਿੱਤਾ ਜਾਂਦਾ ਕਿ ਇੱਥੇ ਤਾਂ ਸਾਰੇ ਖਾਲਿਸਤਾਨ ਦਾ ਨਾਮ ਲੈਣੇ ਵਾਲੇ ਬੈਠੇ ਨੇ। ਖਾਸ ਤੌਰ 'ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਬੜਾ ਮੁੱਦਾ ਉੱਭਰ ਕੇ ਸਾਹਮਣੇ ਆਇਆ, ਅਤੇ ਜੋ ਸੰਸਥਾਵਾਂ ਉੱਥੇ ਲੰਗਰ ਲਾ ਰਹੀਆਂ ਨੇ, ਵੱਡੀਆਂ ਵੱਡੀਆਂ ਸੰਸਥਾਵਾਂ, ਉਹਨਾਂ ਦੀ ਫੰਡਿੰਗ 'ਤੇ ਵੀ ਸਵਾਲ ਚੱਕੇ ਜਾ ਰਹੇ ਨੇ ਕਿ ਐਡੇ ਐਡੇ ਲੰਗਰ ਲਗਾਉਣ ਦੇ ਲਈ ਫੰਡਿੰਗ ਕਿੱਥੋਂ ਆ ਰਹੀ ਆ। ਤੁਸੀਂ ਕੀ ਕਹਿੰਦੇ ਹੋ ਕਿ ਇਹ ਇਲਜ਼ਾਮਾਂ ਦੇ ਵਿੱਚ ਕਿੰਨਾ ਕੁ ਦਮ ਹੈਗਾ, ਕੀ ਇਹਨਾਂ ਦੀ ਬੁਨਿਆਦ ਹੈਗੀ ਆ? ਦੇਖੋ, ਉੱਥੇ ਲਫ਼ਜ਼ ਕਈ ਸੁਣਨ ਨੂੰ ਮਿਲੇ ਨੇ, ਜਿਵੇਂ ਤੁਸੀਂ ਦੱਸਿਆ। ਇੱਕ ਤਾਂ ਖਾਲਿਸਤਾਨੀ ਲਫ਼ਜ਼ ਸੁਣਿਆ ਗਿਆ ਵੀ ਖਾਲਿਸਤਾਨੀ ਆ ਗਏ, ਉਹ ਕਰ ਰਹੇ ਨੇ, ਕਿਸਾਨ ਨਹੀਂ ਕਰ ਰਹੇ। ਦੂਜੀ ਗੱਲ ਆਈ ਹੈ ਕਿ ਇੱਥੇ ਅੱਤਵਾਦੀ ਆ ਗਏ। ਹੁਣ ਅੱਤਵਾਦੀ ਕੇਵਲ ਕਿਹਾ ਨਹੀਂ ਗਿਆ, ਜੀ ਨਿਊਜ਼ ਦਾ ਬਹੁਤ ਵੱਡਾ ਪ੍ਰੋਗਰਾਮ ਚੱਲਿਆ ਹੈ ਜਿਹਦੇ ਵਿੱਚ ਉਹਨਾਂ ਨੇ 2012 ਦਾ ਇੱਕ ਪਰਚਾ ਦਿਖਾਇਆ ਹੈ ਆਪਣੀ ਸਕਰੀਨ 'ਤੇ ਕਿ ਰਵੀ ਸਿੰਘ ਨੂੰ ਫੰਡਿੰਗ ਜਿਹੜੇ ਨੇ ਉਹ ਖਾਲਿਸਤਾਨੀ ਹਮਾਇਤੀ ਕਰਦੇ ਨੇ। ਰਵੀ ਸਿੰਘ ਖਾਲਸਾ ਏਡ ਦੀ ਗੱਲ ਤੁਸੀਂ ਕਰ ਰਹੇ ਹੋ? ਰਵੀ ਸਿੰਘ ਜੀ ਖਾਲਸਾ ਏਡ ਜਿਹੜਾ ਕਿ ਇੰਟਰਨੈਸ਼ਨਲੀ ਰਿਨਿਊਡ ਪਰਸਨੈਲਿਟੀ ਹੈ, ਅਤੇ ਖਾਲਸਾ ਏਡ ਜਿੱਥੇ ਕਿਤੇ ਵੀ ਪਿਛਲੇ 21 ਸਾਲ ਤੋਂ ਜਿੱਥੇ ਕਿਤੇ ਵੀ ਕੋਈ ਮਤਲਬ ਕਹਿਣ ਤੋਂ ਕੁਦਰਤੀ ਆਫਤ ਜਾਂ ਸਰਕਾਰਾਂ ਦੇ ਝਗੜੇ 'ਚ ਆਮ ਲੋਕਾਂ ਦਾ ਜਦੋਂ ਨੁਕਸਾਨ ਹੁੰਦਾ ਹੈ ਤਾਂ ਉੱਥੇ ਮਲਮ ਪੱਟੀ ਤੋਂ ਲੈ ਕੇ ਲੰਗਰ ਤੋਂ ਲੈ ਕੇ ਉਹਨਾਂ ਦੇ ਸ਼ਿਵਰ ਬਣਾਉਣੇ, ਕੈਂਪ ਲਾਉਣੇ, ਇਹ ਸਾਰਾ ਵੋਲੰਟਰਲੀ
ਸੇਵਾ ਜਿਹੜਾ ਰਵੀ ਸਿੰਘ ਜੀ ਕਰਦੇ ਨੇ ਉਹਨਾਂ ਨੂੰ ਵੀ ਅੱਤਵਾਦੀ ਕਹਿ ਦਿੱਤਾ ਗਿਆ। ਪਰ ਇਹਦਾ ਇੱਕ ਚੰਗਾ ਪੱਖ ਵੀ ਸਾਹਮਣੇ ਆਇਆ ਹੈ ਕਿ ਜਦੋਂ ਆਮ ਲੋਕਾਂ ਨੇ ਸੁਣਿਆ ਕਿ ਲੰਗਰ ਵਰਤਾਉਣ ਵਾਲੇ, ਲੋਕਾਂ ਦੀ ਸੇਵਾ ਕਰਨ ਵਾਲੇ ਜੇ ਇਹ ਖਾਲਿਸਤਾਨੀ ਤੇ ਅੱਤਵਾਦੀ ਹੁੰਦੇ ਨੇ ਤਾਂ ਅਸੀਂ ਵੀ ਖਾਲਿਸਤਾਨੀ ਹਾਂ। ਰਾਜਸਥਾਨ ਦੇ ਬਹੁਤ ਲੋਕਾਂ ਨੇ ਸਕਰੀਨ ਤੇ ਆ ਕੇ ਕਿਹਾ, ਜਗਰਾਓਂ ਦੇ ਇੱਕ ਹਿੰਦੂ ਪਰਿਵਾਰ ਨੇ ਕਿਹਾ ਵੀ ਯਾਰ ਅਸੀਂ ਤਾਂ ਇਹਨਾਂ ਨਾਲ ਹੀ ਰਹਿਣਾ, ਇਹਨਾਂ ਨਾਲ ਹੀ ਸਾਨੂੰ ਚੰਗਾ ਲੱਗਦਾ ਹੈ, ਜੇ ਸਾਨੂੰ ਅੱਡ ਕਰਨਾ ਕਰ ਦਿਓ। ਜੇ ਖਾਲਿਸਤਾਨੀਆਂ ਦੀ ਗੱਲ ਕਰੀਏ, ਮੈਂ ਖਾਲਿਸਤਾਨੀ ਹਾਂ, ਠੀਕ ਹੈ, ਪਰ ਮੈਂ ਕਿਸਾਨ ਵੀ ਤਾਂ ਹਾਂ। ਕੀ ਖਾਲਿਸਤਾਨੀ ਕਿਸਾਨ ਨਹੀਂ ਹੋ ਸਕਦੇ? ਅਤੇ ਖਾਲਿਸਤਾਨੀ ਕਿਸਾਨ ਜਿਹੜੇ ਨੇ ਉਹ ਕਿਸਾਨ ਅੰਦੋਲਨ ਦੀ ਹਮਾਇਤ ਨਹੀਂ ਕਰ ਸਕਦੇ? ਇਹ ਮੇਰਾ ਸਵਾਲ ਹੈ ਸਰਕਾਰ। ਖਾਲਿਸਤਾਨ ਤੋਂ ਤੁਸੀਂ ਕਿਹਾ ਕਿ ਹੁਣੇ ਕਿਹਾ ਕਿ ਮੈਂ ਵੀ ਖਾਲਿਸਤਾਨੀ, ਤੁਸੀਂ ਮੰਨਦੇ ਹੋ ਇਹ ਗੱਲ? ਮੈਂ ਮੰਨਦਾ ਨਹੀਂ, ਮੈਂ ਤਾਂ ਬਹੁਤ ਜ਼ਿਆਦਾ ਡਿਬੇਟਸ ਦੇ ਵਿੱਚ ਮੰਨ ਚੁੱਕਾ ਅਤੇ ਮੇਰੀ ਜ਼ਿੰਦਗੀ ਦਾ ਜਿਹੜਾ ਰੋਜ਼ ਦਾ ਸਿਸਟਮ ਹੈ ਉਹ ਖਾਲਿਸਤਾਨ ਨਾਲ ਸੰਘਰਸ਼ ਵਿੱਚ ਹੀ ਬੀਤਦਾ ਹੈ। ਕਾਰਨ ਇਹ ਹੈ ਕਿ ਮੈਂ ਉਸ ਦਿਨ ਤੋਂ ਖਾਲਿਸਤਾਨੀ ਪੱਕੇ ਤੌਰ 'ਤੇ ਹੋ ਗਿਆ ਜਿਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਗੱਲ ਕਹਿ ਦਿੱਤੀ ਵੀ ਜੇਕਰ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਹਿੰਦ ਸਰਕਾਰ ਦਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਜਿਹਨੂੰ ਅਸੀਂ ਫੋਲੋ ਕਰਦੇ ਹਾਂ, ਜਿਸ ਸੋਚ ਨੂੰ ਅਸੀਂ ਫੋਲੋ ਕਰਦੇ ਹਾਂ, ਜੇ ਉਹਨਾਂ ਨੇ ਬਚਨ ਕਰਤੇ ਅਤੇ ਜਾਂ ਤਾਂ ਅਸੀਂ ਫਿਰ ਉਹਨਾਂ ਨੂੰ ਫੋਲੋ ਨਹੀਂ ਕਰਦੇ ਅਤੇ ਜਾਂ ਫਿਰ ਅਸੀਂ ਖਾਲਿਸਤਾਨੀ ਨਹੀਂ ਹਾਂ। ਸੋ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ, ਆਪਣਾ ਲੀਡਰ ਮੰਨਦੇ ਹਾਂ ਅਤੇ ਇਸ ਕਰਕੇ ਅਸੀਂ ਉਸ ਦਿਨ ਤੋਂ ਖਾਲਿਸਤਾਨੀ ਹਾਂ। ਅਸੀਂ 2008 ਵਿੱਚ ਖਾਲਿਸਤਾਨ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਸੰਘਰਸ਼ ਬਾਰੇ ਸੁਪਰੀਮ ਕੋਰਟ ਆਫ ਇੰਡੀਆ ਤੋਂ ਜੱਜਮੈਂਟ ਵੀ ਜਿੱਤੀ ਹੋਈ ਹੈ, ਆਪਣੇ ਹੱਕ 'ਚ ਕਰਾਈ ਹੋਈ ਹੈ। ਜਸਟਿਸ ਅਲਤਮਸ ਕਬੀਰ ਅਤੇ ਜਸਟਿਸ ਮਾਰਕੰਡੇ ਕਾਟਜੂ ਦੇ ਸੁਪਰੀਮ ਕੋਰਟ ਦੇ ਬੈਂਚ ਨੇ ਦੋ ਜੱਜਾਂ ਦੇ ਨੇ ਇਹ ਦਿੱਤੀ ਹੈ ਪਰਮਿਸ਼ਨ। ਅਤੇ ਅਸੀਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਹਾਂ, ਅਸੀਂ ਖਾਲਿਸਤਾਨੀ ਹਾਂ, ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ, ਬਟ ਇਹ ਗੱਲ ਨਾ ਕੋਈ ਭੁੱਲੇ ਕਿ ਅਸੀਂ ਡੈਮੋਕ੍ਰੈਟਿਕਲੀ ਐਂਡ ਪੀਸਫੁਲੀ ਇਸ ਸੰਘਰਸ਼ ਨੂੰ ਲੜ ਰਹੇ ਹਾਂ। ਜੀ ਸਰ, ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਜਿਹੜੇ ਕੁਝ ਬਾਹਰਲੇ ਸੈਲੀਬ੍ਰਿਟੀਜ਼ ਵੱਲੋਂ, ਵੱਡੇ ਸੈਲੀਬ੍ਰਿਟੀਜ਼ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤੇ ਗਏ ਸੀ। ਵਿਦੇਸ਼ ਮੰਤਰਾਲੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਬਾਹਰਲੇ ਬੰਦੇ ਨੂੰ, ਬਾਹਰੀ ਇਨਸਾਨ ਨੂੰ ਕੋਈ ਹੱਕ ਨਹੀਂ ਬਣਦਾ ਭਾਰਤ ਦੇ ਅੰਦਰੂਨੀ ਮਸਲੇ ਦੇ ਵਿੱਚ ਦਖਲ ਦੇਣ ਦਾ। ਉਹਨਾਂ ਦੇ ਉੱਪਰ ਤੁਸੀਂ ਨੇ ਪਹਿਲਾਂ ਗਰੇਟਾ ਦੀ ਗੱਲ ਕੀਤੀ, ਹੋਰ ਵੀ ਕਾਫੀ ਗੱਲਾਂ ਤੁਸੀਂ ਨੇ ਕੀਤੀਆਂ। ਗਰੇਟਾ ਦੇ ਉੱਪਰ ਵੀ FIR ਹੋਊਗੀ, ਰਿਹਾਨਾ ਦਾ ਨਾਮ ਵੀ ਸਾਹਮਣੇ ਮੰਗਾਂ ਉੱਠੀਆਂ ਕਿ ਇਹਦਾ FIR ਕਰੋ। ਕੋਈ ਉਸ FIR ਦਾ ਆਧਾਰ ਹੈ ਜਾਂ ਇੱਕ ਸ਼ੋਸ਼ੇਬਾਜ਼ੀ? ਦੇਖੋ, ਮੈਂ ਇਸ ਸਵਾਲ ਦੇ ਜਵਾਬ 'ਚ ਛੋਟਾ ਅਤੇ 2 ਲਫ਼ਜ਼ੀ ਜਵਾਬ ਦਊਂਗਾ। ਹਾਂਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪਾਕਿਸਤਾਨ, ਇੰਡੀਆ, ਨੇਪਾਲ, ਭੂਟਾਨ, ਚਾਈਨਾ, ਇਹ ਮੁਲਕਾਂ ਦਾ ਨਾਂ ਹੈ ਜਿਹੜੀ ਇਸ ਨਾਲ ਰਿਲੇਟਡ ਹੈ, ਕੀ ਤੁਸੀਂ ਇਹਦੀ ਹਵਾ ਨੂੰ ਕਹਿ ਸਕਦੇ ਹੋ ਵੀ ਪਾਕਿਸਤਾਨ ਵਾਲੀ ਇੰਡੀਆ ਨਾ ਆਵੇ ਜਾਂ ਇੰਡੀਆ ਵਾਲੀ ਪਾਕਿਸਤਾਨ ਨਾ ਜਾਵੇ? ਜਿਹੜਾ ਮਨੁੱਖੀ ਅਧਿਕਾਰ ਹੁੰਦਾ ਨਾ ਉਹ ਕੁਦਰਤੀ ਤੌਰ 'ਤੇ ਮਨੁੱਖ ਤੋਂ ਮਨੁੱਖ ਤੱਕ ਚੱਲਦਾ ਹੈ, ਉਹਦਾ ਦੇਸ਼ਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਉਹ ਤਾਂ ਹਵਾ ਵਾਂਗ ਹੈ, ਜੇ ਮੈਨੂੰ ਦੁੱਖ ਹੋਏਗਾ ਤਾਂ ਅਮਰੀਕਾ ਵਾਲੇ ਇਨਸਾਨ ਨੂੰ ਵੀ ਦੁੱਖ ਹੋਊਗਾ। ਉਹ ਜੇ ਗਰੇਟਾ ਕਹਿ ਸਕਦੀ ਹੈ ਜਾਂ ਰਿਹਾਨਾ ਕਹਿ ਸਕਦੀ ਹੈ ਤਾਂ ਮੋਦੀ ਸਾਹਿਬ ਨੂੰ ਮੈਂ ਇੱਕ ਸਵਾਲ ਜ਼ਰੂਰ ਕਰੂੰਗਾ ਵੀ ਤੁਸੀਂ ਕਿਸ ਅਧਿਕਾਰ ਦੇ ਨਾਂ ਕੇ ਜਾ ਕੇ ਉੱਥੇ ਹੌਡੀ ਮੋਡੀ ਅਤੇ ਅਬ ਕੀ ਬਾਰ ਟਰੰਪ ਸਰਕਾਰ ਦੇ ਨਾਅਰੇ ਲਵਾ ਕੇ ਆਏ ਹੋ? ਤੁਸੀਂ ਉਹਨਾਂ ਦੇ ਦੇਸ਼ ਜਾ ਕੇ ਦਖਲ ਕਿਉਂ ਕੀਤਾ ਉਹਨਾਂ ਦੀ ਪੋਲੀਟੀਕਲ ਮੂਵਮੈਂਟ ਦੇ ਵਿੱਚ? ਉਹ ਤਾਂ ਦਖਲ ਹੈ, ਪਰ ਮਨੁੱਖੀ ਅਧਿਕਾਰਾਂ ਦੇ ਵਿੱਚ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅਸੀਂ ਕੇਵਲ ਇਸ ਦੇਸ਼ 'ਚ ਕੰਮ ਕਰਾਂਗੇ ਜਾਂ ਉਸ ਦੇਸ਼ ਦੀ ਟਿੱਪਣੀ ਕਰਾਂਗੇ ਜਾਂ ਉਹ। ਉਹਨਾਂ ਵਾਸਤੇ ਜਿਵੇਂ ਰੈੱਡ ਕਰਾਸ ਵਾਸਤੇ ਸਾਰਾ ਸੰਸਾਰ ਇੱਕ ਦੇਸ਼ ਹੈ, ਉਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਬਾਰੇ ਵੀ ਸਾਰੀ ਦੁਨੀਆ ਇੱਕ ਦੇਸ਼ ਹੈ। ਨਿਊਜ਼ ਕਾਫੀ ਇਹ ਵੀ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਸਾਹਿਬ, ਦਰਬਾਰ ਸਾਹਿਬ ਗਲਿਆਰੇ ਦੇ ਵਿੱਚ ਰਾਮ ਨਾਮ ਦੀਆਂ ਇੱਟਾਂ ਲਗਾਈਆਂ ਜਾ ਰਹੀਆਂ ਨੇ, ਵਿਵਾਦ ਵੀ ਕਾਫੀ ਖੜਾ ਹੋ ਗਿਆ। ਇਹਦੇ ਬਾਰੇ ਕਿਉਂ ਲਗਾਈਆਂ ਜਾ ਰਹੀਆਂ ਨੇ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਦੇ ਵੱਲ ਧਿਆਨ ਨਹੀਂ ਆ ਜਾਂ ਇੱਕ ਅਣਗਹਿਲੀ ਆ ਉਹਨਾਂ ਦੀ ਇਸ ਮੁੱਦੇ ਵੱਲ? ਦੇਖੋ, ਤੁਸੀਂ ਗੱਲ ਕੀਤੀ ਆ ਰਾਮ ਦੇ ਨਾਮ ਦੀਆਂ। ਹਾਂਜੀ। ਦੇਖੋ, ਰਾਮ ਦੇ ਨਾਂ ਨੂੰ 2 ਤਰੀਕੇ ਨਾਲ ਇੰਟਰਪ੍ਰੈਟ ਕੀਤਾ ਜਾਂਦਾ ਹੈ। ਇੱਕ ਤਾਂ ਇਹ ਹੈ ਰਾਮ ਭਾਵ ਰੱਬ। ਹਾਂਜੀ। ਇੱਕ ਰਾਮਚੰਦਰ ਜੀ ਨੇ ਜਿਹੜੇ ਦਸ਼ਰਥ ਦੇ ਬੇਟੇ ਨੇ, ਜਿਨ੍ਹਾਂ ਦਾ ਇੱਕ ਐਕਸਕਿਊਜ਼ ਬਣਾ ਕੇ ਰਾਮ ਮੰਦਰ ਬਾਬਰੀ ਮਸਜਿਦ ਦੀ ਜਗ੍ਹਾ 'ਤੇ ਬਣਾਇਆ ਜਾ ਰਿਹਾ। ਉੱਥੇ ਵੀ ਇਹ ਕੁਝ, ਅਸੀਂ 28 ਸਾਲ ਦਾ ਮੈਂ ਉਹਨਾਂ ਨੂੰ ਪੜ੍ਹਿਆ, ਜਿੰਨੀ ਦੇਰ ਕੇਸ ਚੱਲਦਾ ਰਿਹਾ। ਉਹਨਾਂ ਨੇ ਉੱਥੇ ਵੀ ਕੁਝ ਐਸਾ ਖੁਦਾਈ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਰਾਮ ਦਾ ਮੰਦਰ ਹੁੰਦਾ ਸੀ ਕਦੇ। ਸੋ ਪੁਰਾਤੱਤਵ ਵਿਭਾਗ ਨੇ ਉਹਨੂੰ ਇਹ ਨਹੀਂ ਕਿਹਾ ਕਿ ਇਹ ਉਨੀਆਂ ਪੁਰਾਣੀਆਂ ਨੇ, ਪਰ ਫਿਰ ਵੀ ਉਹਨਾਂ ਨੇ ਇੱਕ ਪ੍ਰੂਫ ਦੇ ਤੌਰ 'ਤੇ ਲਾਇਆ। ਅਤੇ
ਪਿਛਲੇ ਸੋਸ਼ਲ ਮੀਡੀਆ ਵਿੱਚ ਕਈ ਸਾਲ ਤੋਂ ਮੈਂ ਦੇਖਦਾ ਕਦੇ ਕਦੇ ਇਹ ਵੀ ਗੱਲ ਆ ਜਾਂਦੀ ਹੈ ਵੀ ਜਿਹੜਾ ਦਰਬਾਰ ਸਾਹਿਬ ਨੇ ਇਹ ਵੀ ਵਿਸ਼ਨੂੰ ਦਾ ਮੰਦਿਰ ਸੀ। ਸੋ ਜਿਸ ਕਾ ਰਾਜ ਤਿਸੀ ਕਾ ਸੁਪਨਾ, ਕਿਤੇ ਰਾਜਸੀ ਧਿਰ ਇਹ ਨਾ ਸਾਬਤ ਕਰਨਾ ਚਾਹੁੰਦੀ ਹੋਵੇ ਵੀ ਵਾਕਈ ਜੇ ਇਹ ਰਾਮ ਨੂੰ ਮੰਨਣ ਵਾਲੇ ਲੋਕ, ਭਾਵ ਰਾਮਚੰਦਰ ਜੀ ਨੂੰ ਮੰਨਣ ਵਾਲੇ ਲੋਕਾਂ ਦਾ ਇਹ ਮੰਦਿਰ ਸੀ, ਉਹਨਾਂ ਨੇ ਆਪਣੀ ਯਾਦ ਦੇ ਵਿੱਚ ਰਾਮ ਦੀਆਂ ਇੱਟਾਂ ਲਾਈਆਂ ਨੇ ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ, 50 ਸਾਲ ਬਾਅਦ। ਜੇ ਤਾਂ ਇਸ ਭਾਵਨਾ ਨਾਲ ਲੱਗ ਰਹੀਆਂ ਨੇ ਫਿਰ ਤਾਂ ਅਸੀਂ ਕਰੜੀ ਨਿੰਦਾ ਕਰਦੇ ਹਾਂ। ਦੂਜੇ ਪਾਸੇ ਮੈਂ ਇਸ ਗੱਲ ਦੀ ਵੀ ਨਿੰਦਾ ਕਰਦਾ ਕਿ ਕਿਸੇ ਭੱਠੇ ਨੇ ਜਿਹਨੇ ਵੀ ਇਹ ਬਣਾਈਆਂ ਨੇ, ਰਾਮ ਲਿਖਿਆ ਮੈਂ ਪੜ੍ਹਿਆ, ਜਿਹੜੀਆਂ ਫੋਟੋਆਂ ਮੈਂ ਸੋਸ਼ਲ ਮੀਡੀਆ 'ਚ ਦੇਖੀਆਂ ਨੇ, ਉਹਨਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ। ਆਪਣੀ ਆਇਡੈਂਟੀਫਿਕੇਸ਼ਨ ਦੇਣ ਦੇ ਹੋਰ ਬਹੁਤ ਤਰੀਕੇ ਨੇ। ਇੱਟਾਂ ਨੇ ਸੀਵਰੇਜ ਵਿੱਚ ਵੀ ਲੱਗਣਾ ਹੈ, ਗੰਦੀਆਂ ਖੂਹੀਆਂ 'ਚ ਵੀ ਲੱਗਣਾ ਹੈ ਅਤੇ ਉੱਪਰ ਬਿਲਡਿੰਗਾਂ ਵਿੱਚ ਵੀ ਲੱਗਣਾ ਹੈ। ਸੋ ਮੈਂ ਦੋਨਾਂ ਪਾਸੇ ਨਿੰਦਾ ਕਰਦਾ ਇਸ ਗੱਲ ਦੀ ਵੀ ਨਾ ਤਾਂ ਕਿਸੇ ਭੱਠੇ ਨੂੰ ਇਸ ਨਾਮ ਦੇ ਉੱਤੇ ਇੱਟ ਉੱਪਰ ਲਿਖਣਾ ਚਾਹੀਦਾ ਅਤੇ ਨਾ ਹੀ ਜਿਹੜਾ ਕੋਈ ਹਕੂਮਤ ਜੇ ਇਹ ਸਾਜ਼ਿਸ਼ ਰਚ ਰਹੀ ਹੈ ਤਾਂ ਉਹਨੂੰ ਵੀ ਬਾਜ਼ ਆਉਣਾ ਚਾਹੀਦਾ। ਅਤੇ ਇਹ ਡਿਊਟੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਉਹਨਾਂ ਕੋਲ ਪ੍ਰਬੰਧ ਹੈ ਅਤੇ ਉਹ ਆਸੇ ਪਾਸੇ ਧਿਆਨ ਕਰਕੇ ਇਹਦਾ ਨੋਟਿਸ ਲੈਣ, ਜਾਂ ਤਾਂ ਇਹ ਇੱਟਾਂ ਸਤਿਕਾਰ ਸਹਿਤ ਕਿਸੇ ਸਾਈਡ 'ਤੇ ਰੱਖ ਦਿੱਤੀਆਂ ਜਾਣ ਅਤੇ ਹੋਰ 'ਚ ਇੱਟਾਂ ਲਵਾਈਆਂ ਜਾਣ, ਅਤੇ ਜੇ ਨਹੀਂ ਹੈਗਾ ਤਾਂ ਉਹ ਲੋਕਾਂ ਨੂੰ ਕਲੀਅਰ ਕਰਨ ਵੀ ਇਹੋ ਜਿਹੀ ਕੋਈ ਗੱਲ ਹੈ ਜਾਂ ਨਹੀਂ ਹੈ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਰੋਲ ਉਸ ਤਰੀਕੇ ਦੇ ਨਾਲ ਨਹੀਂ ਨਿਭਾ ਰਹੀ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਨਿਭਾਉਣਾ ਚਾਹੀਦਾ ਇਸ ਮੁੱਦੇ ਦੇ ਵਿੱਚ। ਖਰੇ ਤਾਂ ਹੁਣ ਕੋਈ ਸਵਾਲ ਹੀ ਨਹੀਂ ਰਿਹਾ ਸੰਸਾਰਦੀਪ ਸਿੰਘ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਉਂ ਦੀ ਬਾਦਲਾਂ ਦੇ ਪ੍ਰਭਾਵ ਥੱਲੇ ਆਈ ਹੈ, ਉਹ ਆਪਣਾ ਕੋਈ ਵੀ ਫਰਜ਼ ਨਹੀਂ ਪੂਰਾ ਕਰ ਰਹੀ ਹੈ। ਚਲੋ ਅੱਜ ਇਹ ਮੁੱਦਾ ਉੱਠਿਆ ਤਾਂ ਮੇਰੇ ਵੱਲੋਂ ਵੀ ਕਿਹਾ ਗਿਆ ਵੀ ਹਾਂ ਸ਼੍ਰੋਮਣੀ ਕਮੇਟੀ, ਪਰ ਮੈਨੂੰ ਵੀ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੋਈ ਵੀ ਅਖਲਾਕੀ ਜਿਹੜਾ ਫਰਜ਼ ਹੈ ਨਹੀਂ ਨਿਭਾ ਰਹੀ। ਪਰ ਅਸੀਂ ਚੁੱਪ ਨਹੀਂ ਬੈਠ ਸਕਦੇ ਜਦ ਤੱਕ ਸੰਸਥਾ ਦੇ ਉੱਤੇ ਇਹਨਾਂ ਦਾ ਪ੍ਰਬੰਧ ਹੈ, ਉਨੀ ਦੇਰ ਅਸੀਂ ਕਹਾਂਗੇ ਅਤੇ ਸਾਡਾ ਕਹਿਣਾ ਅਧਿਕਾਰ ਵੀ ਹੈਗਾ ਅਤੇ ਸ਼੍ਰੋਮਣੀ ਕਮੇਟੀ ਨੂੰ ਇਹ ਆਪਣਾ ਫਰਜ਼ ਜਿਹੜਾ ਨਿਭਾਉਣਾ ਚਾਹੀਦਾ। ਸਰ, ਇੱਕ ਹੁਣ ਤੱਕ ਗੱਲ ਕੀਤੀ ਜਾਵੇ ਕਿਸਾਨੀ ਸੰਘਰਸ਼ ਦੀ, 300 ਦੇ ਕਰੀਬ ਕਿਸਾਨ ਜਿਹੜੇ ਨੇ ਸ਼ਹੀਦੀਆਂ ਦੇ ਚੁੱਕੇ ਨੇ, ਪਰ ਭਾਰਤ ਸਰਕਾਰ ਜਾਂ ਕੋਈ ਪੰਜਾਬ ਦੀ ਵੀ ਸਰਕਾਰ ਹੋਵੇ ਉਹਨਾਂ ਨੂੰ ਸ਼ਹੀਦ ਮੰਨਣ ਨੂੰ ਜਿਹੜਾ ਤਿਆਰ ਨਹੀਂ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਨਾ ਤਾਂ ਅਸੀਂ ਕੋਈ ਮੁਆਵਜ਼ਾ ਦੇਵਾਂਗੇ ਜਿਹੜੇ ਉੱਥੇ ਕਿਸਾਨ ਮਰੇ ਨੇ, ਨਾ ਮੇਰੇ ਕੋਲ ਕੋਈ ਇਹੋ ਜਿਹੇ ਅੰਕੜੇ ਹੈਗੇ ਨੇ ਜਿਹਦੇ ਵਿੱਚ ਸਹੀ ਦੱਸਿਆ ਜਾ ਸਕੇ ਕਿ ਉੱਥੇ ਕਿੰਨੇ ਕਿਸਾਨਾਂ ਦੀਆਂ ਜਾਨਾਂ ਗਈਆਂ ਨੇ। ਇਹ ਵਰਤਾਰੇ ਨੂੰ ਕਿੱਦਾਂ ਦੇਖਦੇ ਹੋ ਜਿਹੜਾ ਭਾਰਤ ਸਰਕਾਰ ਦੇ ਬਿਆਨ ਨੇ ਜਾਂ ਉਹਨਾਂ ਦਾ ਸ਼ਹੀਦ ਨਾ ਮੰਨਣਾ ਕਿੱਥੇ ਤੱਕ ਜਾਇਜ਼ ਹੈਗਾ? ਦੇਖੋ, ਇਹ ਨਾ RSS ਅਤੇ BJP ਦਾ ਇੱਕ ਮਿਸ਼ਨ ਦਾ ਏਜੰਡਾ ਹੈ ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ। ਤੁਸੀਂ ਇਹਨੂੰ ਮਿਲਾ ਕੇ ਦੇਖੋ ਕਿ ਇੱਕ ਪਾਸੇ ਤੋਮਰ ਸਾਹਿਬ ਇਹ ਗੱਲ ਕਹਿ ਰਹੇ ਨੇ, ਦੂਜੇ ਪਾਸੇ ਹਰਿਆਣੇ ਦੇ ਕਿਸਾਨ ਮੰਤਰੀ ਗੁੱਜਰ ਸਾਹਿਬ ਇਹ ਗੱਲ ਕਹਿ ਰਹੇ ਨੇ, ਤੀਜੇ ਪਾਸੇ ਮਦਨ ਮੋਹਨ ਮਿੱਤਲ ਵੀ ਇਹੀ ਗੱਲ ਕਹਿ ਰਹੇ ਨੇ। ਇਹ ਤਿੰਨੇ ਜਿਹੜੇ ਨੇ BJP ਦੇ ਪ੍ਰਮੁੱਖ ਲੀਡਰਾਂ 'ਚੋਂ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਇਹ ਤਾਂ ਲੋਕ ਤਾਂ ਐਵੇਂ ਵੀ ਮਰਦੇ ਹੀ ਹੁੰਦੇ ਨੇ ਜੀ। ਹਾਂਜੀ, ਵੀ ਅੰਦੋਲਨ 'ਚ ਮਰ ਗਏ ਫਿਰ ਕੀ ਹੋ ਗਿਆ ਜੀ, ਮੌਤ ਤਾਂ ਹੋ ਹੀ ਜਾਂਦੀ ਆ, ਅਸੀਂ ਕਿਹੜਾ ਗੋਲੀ ਮਾਰੀ ਹੈ। ਤੁਸੀਂ ਹਾਲਾਤ ਦੇਖੋ, ਕਾਨੂੰਨ ਹੀ ਇਹ ਗੱਲ ਦੱਸਦਾ ਸਾਨੂੰ ਕਿ 302, 307 ਅਤੇ 306 ਇਹ ਧਾਰਾਵਾਂ ਨੇ। 302 ਹੈ ਤੁਸੀਂ ਸਿੱਧੀ ਗੋਲੀ ਮਾਰ ਕੇ ਬੰਦਾ ਮਾਰਤਾ, 307 ਹੈ ਕਿ ਤੁਸੀਂ ਮਾਰਨ ਦੀ ਕੋਸ਼ਿਸ਼ ਕੀਤੀ, 306 ਹੈ ਕਿ ਤੁਸੀਂ ਉਕਸਾਇਆ ਕਿ ਉਹਦੀ ਮੌਤ ਹੋ ਗਈ। ਜਿਹੜਾ 306 ਹੈ ਇਹ ਸਾਰੀ ਇੰਡੀਅਨ ਗੌਰਮੈਂਟ 'ਤੇ ਲੱਗਦੀ ਹੈ ਇਹਨਾਂ ਕਿਸਾਨਾਂ ਦੇ ਸੰਬੰਧ 'ਚ। ਦੂਜੇ ਪਾਸੇ ਇਹਨਾਂ ਨੂੰ ਮਤਲਬ ਦੋਸ਼ੀ ਤੁਸੀਂ ਭਾਰਤ ਸਰਕਾਰ ਨੂੰ ਮੰਨਦੇ ਹੋ ਜਿੰਨੀਆਂ ਵੀ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ? ਹਾਲਾਤ ਭਾਰਤ ਸਰਕਾਰ ਨੇ ਪੈਦਾ ਕੀਤੇ ਨੇ ਨਾ, ਇਸ ਲਈ ਦੋਸ਼ੀ ਉਹੀ ਮੰਨੇ ਜਾਣਗੇ। ਇਹ ਸਾਰੇ ਹਾਲਾਤ ਇੰਡੀਅਨ ਸਟੇਟ ਪੈਦਾ ਕਰ ਰਹੀ ਹੈ ਜਿਹਦੇ ਵਿੱਚ ਸਾਡੇ ਬੱਚੇ, ਸਾਡੇ ਬੀਬੀਆਂ, ਸਾਡੇ ਬਜ਼ੁਰਗ ਸ਼ਹੀਦ ਵੀ ਹੋ ਰਹੇ ਨੇ ਅਤੇ ਦੁਖੀ ਵੀ ਹੋ ਰਹੇ ਨੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸ਼ਹੀਦ ਲਫ਼ਜ਼ ਦਾ ਮਤਲਬ ਇਹ ਹੈ ਸਿੰਪਲ ਵਰਡਸ ਦੇ ਵਿੱਚ ਕਿ ਜਿਹੜਾ ਬੰਦਾ ਇੱਕ ਉਦੇਸ਼ ਲੈ ਕੇ ਗਿਆ ਹੋਵੇ ਅਤੇ ਉਹ ਸੈਲਫਿਸ਼ ਨਾ ਹੋਵੇ। ਇਹ ਜਿਹੜੇ ਕਿਸਾਨ ਉੱਥੇ ਸ਼ਹੀਦ ਹੋਏ ਨੇ ਜਾਂ ਉੱਥੇ ਬੈਠੇ ਨੇ, ਜਿਹੜੇ ਮੁਸ਼ਕਿਲਾਂ ਝੱਲ ਰਹੇ ਨੇ, ਤਾਂ ਸਾਡੀਆਂ ਮਾਵਾਂ ਵੀ ਨੇ, ਸਾਡੀਆਂ ਬੱਚੀਆਂ ਵੀ ਨੇ, ਸਾਡੀਆਂ ਭੈਣਾਂ ਵੀ ਨੇ, ਸਾਡੇ ਬਜ਼ੁਰਗ ਵੀ ਨੇ, ਉਹਨਾਂ ਨਾਲ ਜੋ ਵਰਤਾਓ ਕਰ ਰਹੀ ਹੈ ਸਰਕਾਰ, ਉਹ ਆਪਣੇ ਇੱਕ ਮਿਸ਼ਨ 'ਤੇ ਗਏ ਹੋਏ ਨੇ ਅਤੇ ਉਹ ਕਿਸੇ ਇੱਕ ਬੰਦੇ ਦਾ ਮਿਸ਼ਨ ਨਹੀਂ ਹੈ, ਉਹ ਲੋਕਾਈ ਦਾ ਮਿਸ਼ਨ ਹੈ। ਜੇ ਉਹਦੇ ਵਿੱਚ ਉਹ ਆਪਣੀ ਜਾਨ ਗਵਾ ਦਿੰਦੇ ਨੇ, ਉਹ ਸ਼ਹੀਦ ਹੀ ਹੋਣਗੇ। ਮੰਨਣਾ ਜਾਂ ਨਾ ਮੰਨ, ਭਾਰਤ ਸਰਕਾਰ ਤਾਂ ਤੁਸੀਂ ਇਹ ਗੱਲ ਨਵੀਂ ਸਮਝੋਗੇ, ਆਪਣੇ ਰਿਕਾਰਡ 'ਚ ਹਜੇ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਨਦੀ। ਅੱਛਾ, ਇਹ ਗੱਲ ਉਹ ਤਾਂ ਮਤਲਬ ਕਹਿਣ ਤੋਂ ਉਹਨੂੰ ਉਹਦੇ 'ਤੇ ਇਹ ਬੰਦਿਸ਼ ਹੈ ਕਿ ਜੀ ਭਗਤ ਸਿੰਘ ਨੇ ਹਿੰਸਾ ਕੀਤੀ ਸੀ ਉਹਨਾਂ ਦੀ ਭਾਸ਼ਾ 'ਚ, ਮੈਂ ਆਪਣੀ ਭਾਸ਼ਾ ਨਹੀਂ ਕਹਿ ਰਿਹਾ।
ਮੇਰਾ ਤਾਂ ਗੁਰੂ ਕਹਿੰਦਾ ਚੂਕਾਰ ਅਜ ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਾ। ਜਦੋਂ ਗੱਲਬਾਤ ਦੀ ਸਾਰੀ ਗੱਲ ਕਿਸੇ ਸਿਰੇ ਨਾ ਲੱਗੇ ਤਾਂ ਇਹ ਸੰਘਰਸ਼ ਕਰਨ ਵਾਲੇ ਦਾ ਪਵਿੱਤਰ ਧਰਮ ਹੈ ਕਿ ਉਹ ਕਿਰਪਾਨ ਵੀ ਉਠਾ ਸਕਦਾ ਹੈ। ਸੋ ਮੈਂ ਤਾਂ ਇਸ ਗੱਲ ਨੂੰ ਇਸ ਤਰ੍ਹਾਂ ਲੈਣਾ ਆਪਣੇ ਪੈਗੰਬਰ ਦੇ ਹੁਕਮ ਮੁਤਾਬਕ। ਪਰ ਜਿਹੜੇ ਮੌਜੂਦਾ ਕਾਨੂੰਨ ਨੇ ਉਹਦੇ ਵਿੱਚ ਤਾਂ ਹਜੇ ਭਗਤ ਸਿੰਘ ਨੂੰ ਉਹਨਾਂ ਨੇ ਸ਼ਹੀਦ ਨਹੀਂ ਮੰਨਿਆ। ਬੇਸ਼ੱਕ ਮੇਰੀ ਵੀ ਸੋਚ ਹੋਰ ਹੋ ਸਕਦੀ ਹੈ, ਪਰ ਭਗਤ ਸਿੰਘ ਨੂੰ ਕਹਿੰਦੇ ਸ਼ਹੀਦ ਨੇ। ਇਹਨਾਂ ਨੂੰ ਮਤਲਬ ਕਿ ਇਹ ਲੋਕ ਸ਼ਹੀਦ ਜਿੱਦਣ ਲੱਗਣਗੇ ਨਾ, ਉਸ ਤੋਂ ਪਹਿਲਾਂ ਉਹ ਕਾਨੂੰਨ ਰੱਦ ਕਰ ਚੁੱਕੇ ਹੋਣਗੇ। ਉਹਨਾਂ ਦੀ ਉਹ ਮਾਨਸਿਕਤਾ ਨਹੀਂ ਹੈ। ਉਹਨਾਂ ਦੀ ਮਾਨਸਿਕਤਾ ਹੈ ਹਿੰਦੂ ਰਾਸ਼ਟਰ ਪੈਦਾ ਕਰਨਾ। ਅਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜੇ ਸੰਘਰਸ਼ ਚੱਲਦਾ ਰਿਹਾ, ਅੱਜ ਜੇ ਇਹਨਾਂ ਦੀਆਂ ਗੱਲਾਂ ਮੰਨ ਲਈਆਂ, ਕੱਲ੍ਹ ਜਾਇਜ਼ ਮੰਗਾਂ ਲੈ ਕੇ ਕੋਈ ਹੋਰ ਵੀ ਆ ਜਾਊਗਾ। ਅਤੇ ਸਾਡਾ ਜਿਹੜਾ ਮਿਸ਼ਨ ਚੱਲਿਆ ਆ ਰਿਹਾ ਪਿੱਛੋਂ, ਅਸੀਂ 4-5 ਸਟੈਪ ਕਲੀਅਰ ਕਰ ਚੁੱਕੇ ਹਾਂ, ਜਿਹੜੇ ਮੈਂ ਪਹਿਲਾਂ ਬਿਆਨ ਕੀਤੇ ਸੀ ਬਈ ਅਸੀਂ 3 ਤਲਾਕ ਖਤਮ ਕਰ ਚੁੱਕੇ ਹਾਂ, ਅਸੀਂ ਰਾਮ ਮੰਦਿਰ ਦੇ ਹੱਕ 'ਚ ਫੈਸਲਾ ਕਰਾ ਚੁੱਕੇ ਹਾਂ, ਅਸੀਂ ਕਸ਼ਮੀਰ ਦੀ ਆਜ਼ਾਦੀ ਖੋ ਚੁੱਕੇ ਹਾਂ, ਜਿਹੜੀ ਉਹਨੂੰ ਲਿਖਤੀ ਤੌਰ 'ਤੇ ਸਮਝੌਤਾ ਇੰਡੀਅਨ ਗੌਰਮੈਂਟ ਨਾਲ ਹੋਇਆ ਸੀ। ਅਸੀਂ ਹੁਣ ਸਾਰੇ ਖੇਤੀ ਨੂੰ ਵੀ ਕੁਝ ਕੁ ਲੋਕਾਂ ਦੇ ਹੱਥ ਦੇ ਕੇ ਉੱਤੇ ਰਾਜ ਕਰਾਂਗੇ। ਉਹ ਉਹਨਾਂ ਦਾ ਫੇਲ ਜਦੋਂ ਹੁੰਦਾ ਤਾਂ ਉਹਨਾਂ ਨੂੰ ਪਿਛਲਿਆਂ 'ਤੇ ਵੀ ਡਰ ਲੱਗਦਾ ਹੈ, ਉਹਨਾਂ ਨੂੰ CAA 'ਤੇ ਵੀ ਲੱਗਦਾ ਹੈ, NRC 'ਤੇ ਵੀ ਡਰ ਲੱਗਦਾ ਹੈ। ਇਸ ਲਈ ਉਹ ਆਪਣੇ ਇੱਕ ਮਤਲਬ ਕਿ ਇਹ ਕਹਾਂਗਾ ਗੈਰ ਇਖਲਾਕੀ ਸੋਚ ਨੂੰ ਆਪਣੇ ਉੱਤੇ ਭਾਰੂ ਕਰਕੇ ਇਹਨਾਂ ਨੂੰ ਸ਼ਹੀਦ ਨਹੀਂ ਮੰਨਦੇ। ਸਰ, ਇੱਕ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਕਿਸਾਨੀ ਸੰਘਰਸ਼ ਦੇ ਵਿੱਚੋਂ 2022 ਦੀ ਇਲੈਕਸ਼ਨ ਦੇ ਲਈ ਕੋਈ ਕਿਸਾਨੀ ਪਾਰਟੀ ਹੋਣ ਦੇ ਵਿੱਚ ਆ ਜਾਵੇ। ਕਿਤੇ ਇਹ ਤਾਂ ਨਹੀਂ ਹੋਊਗਾ ਕਿ ਕਿਸਾਨੀ ਸੰਘਰਸ਼ ਦਾ ਸਿਰਫ ਰਿਜ਼ਲਟ ਇਹੀ ਹੋਊਗਾ ਕਿ ਚਲੋ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਵਾਲੀ ਪਾਰਟੀ ਹੋਣ ਦੇ ਵਿੱਚ ਆ ਗਈ। ਇੱਥੇ ਆ ਕੇ ਤਾਂ ਨਹੀਂ ਕਿਤੇ ਕਿਸਾਨੀ ਸੰਘਰਸ਼ ਖਤਮ ਹੋ ਜਾਊਗਾ? ਜੇ ਇੱਥੇ ਆ ਕੇ ਖਤਮ ਹੁੰਦਾ ਹੈ, ਦੋ ਗੱਲਾਂ ਨੇ। ਜੇ ਤਾਂ ਕੋਈ ਪਾਰਟੀ ਬਣਦੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਜਦੋਂ ਤੁਸੀਂ ਸਮਰਥਨ ਕਰੋਗੇ? ਪਹਿਲਾ ਸਵਾਲ ਹੈ। ਸਾਡੀ ਤਾਂ ਪਾਰਟੀ ਆਪਣੇ, ਜੇ ਸਾਡਾ ਏਜੰਡਾ ਮਿਲਦਾ ਹੋਊਗਾ ਤਾਂ ਅਸੀਂ ਸਾਂਝ ਵੀ ਕਰ ਸਕਦੇ ਹਾਂ, ਸਮਰਥਨ ਵੀ ਕਰ ਸਕਦੇ ਹਾਂ। ਜੇ ਹੁਣ ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਉਹ ਪਾਰਟੀ ਬਣ ਜੂਗੀ ਅਤੇ ਆਪਣਾ ਏਜੰਡਾ ਕਰੂਗੀ ਅਸੀਂ ਕੀ ਚਾਹੁੰਦੇ ਹਾਂ। ਫਿਰ ਤਾਂ ਅਸੀਂ ਵੀ ਵਿਚਾਰ ਕਰਾਂਗੇ, ਤੁਸੀਂ ਸਾਨੂੰ ਉਸ ਟਾਈਮ ਪੁੱਛਿਓ। ਪਰ ਹਜੇ ਤਾਂ ਇੱਕ ਮਤਲਬ ਕਿ ਫਿਊਚਰ ਦੀ ਪਰਸੈਪਸ਼ਨ ਹੈ ਵੀ ਹੋ ਨਾ ਜਾਵੇ ਕਿਤੇ। ਹਾਂ, ਜੇਕਰ ਪਾਰਟੀ ਬਣ ਕੇ ਅਤੇ ਅੰਦੋਲਨ ਦੀ ਗੱਲ ਨਹੀਂ ਕਰਦੀ, ਫਿਰ ਤਾਂ ਉਹ ਅਸੀਂ ਉਹਦੇ ਹੱਕ 'ਚ ਨਹੀਂ ਹਾਂ। ਪਰ ਪਾਰਟੀਆਂ ਤਾਂ ਅੰਦੋਲਨਾਂ ਵਿੱਚੋਂ ਨਿਕਲਦੀਆਂ ਹੁੰਦੀਆਂ ਨੇ। ਕੋਈ ਗੱਲ ਨਹੀਂ, ਜੇ ਰਸ਼ੀਅਨ ਰੈਵੋਲਿਊਸ਼ਨ 1917 'ਚ ਆਇਆ ਤਾਂ ਲੈਨਿਨ ਉੱਭਰ ਕੇ ਉੱਥੋਂ ਦਾ ਰਾਜਾ ਬਣ ਗਿਆ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਇਸੇ ਤਰ੍ਹਾਂ ਫਰੈਂਚ ਰੈਵੋਲਿਊਸ਼ਨ ਆਇਆ ਤਾਂ ਜਿਹੜੀ ਧਿਰ ਸੰਘਰਸ਼ ਕਰ ਰਹੀ ਸੀ ਉਹ ਰਾਜ ਕਰਨ ਲੱਗ ਗਈ, ਉਹ ਪਾਰਟੀ ਬਣ ਗਈ। ਇਹ ਕੋਈ ਨਵੀਂ ਗੱਲ ਨਹੀਂ। ਦੁਨੀਆ ਦੇ ਇਤਿਹਾਸ ਦੇ ਵਿੱਚ ਪਾਰਟੀ ਬਣ ਸਕਦੀ ਆ, ਬਣੇ ਜੀ ਸਦਕੇ, ਨਾ ਬਣੇ ਇਹ ਉਹਨਾਂ ਦੀ ਮਰਜ਼ੀ ਆ, ਜਿਹੜੇ ਇਸ ਉਦਮ ਲਈ ਲੱਗੇ ਹੋਏ ਨੇ ਜਾਂ ਲੱਗਣਗੇ। ਪਰ ਸਾਡਾ ਮਕਸਦ ਤਾਂ ਇਹ ਹੈ ਕਿ ਇਹ ਅੰਦੋਲਨ ਜਿਸ ਮਕਸਦ ਲਈ ਉੱਥੇ ਪਹੁੰਚਿਆ ਦਿੱਲੀ, ਉਹ ਮਕਸਦ ਪੂਰਾ ਹੋਣਾ ਚਾਹੀਦਾ ਹੈ। ਅਤੇ ਅਸੀਂ ਕਿਸਾਨ ਲੀਡਰਾਂ ਦੀ ਇਸ ਗੱਲੋਂ ਹਮਾਇਤ ਕਰਦੇ ਹਾਂ ਕਿ ਅਸੀਂ ਗੱਲਬਾਤ ਲਈ ਹਜੇ ਤੁਹਾਨੂੰ ਹੀ ਭੇਜਣਾ ਚਾਹੁੰਦੇ ਹਾਂ। ਪਰ ਤੁਹਾਡੇ ਆਏ ਫੈਸਲੇ ਤੋਂ ਬਾਅਦ ਅਸੀਂ ਕੋਈ ਫੈਸਲਾ ਪਾਰਟੀ ਤੌਰ 'ਤੇ ਕਰ ਸਕਦੇ ਹਾਂ। ਕੀ ਤੁਸੀਂ ਉੱਥੇ ਫੈਸਲਾ ਠੀਕ ਕੀਤਾ ਕਿ ਨਹੀਂ ਕੀਤਾ, ਇਹ ਫੈਸਲਾ ਤਾਂ ਹਜੇ ਨਹੀਂ ਕਿਹਾ ਜਾ ਸਕਦਾ। ਇਹ ਗੱਲ ਤਾਂ ਹਜੇ ਨਹੀਂ ਕਹੀ ਜਾ ਸਕਦੀ। ਸਰ, ਇੱਕ ਆਖਰੀ ਸਵਾਲ, ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਜੇ ਪ੍ਰੋਫੈਸਰ ਮਹਿੰਦਰਪਾਲ ਜੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੇ ਦੇਸ਼ ਦੇ ਕਿਸਾਨਾਂ ਦੇ ਨਾਮ ਇੱਕ ਛੋਟਾ ਜਿਹਾ ਸੰਦੇਸ਼ ਜਾਰੀ ਕਰਨਾ ਹੋਵੇ? ਮੇਰੀ ਤਾਂ ਇਹੀ ਬੇਨਤੀ ਹੋਏਗੀ। ਸੰਦੇਸ਼ ਤਾਂ ਮੈਂ ਨਹੀਂ ਦੇ ਸਕਦਾ, ਮੈਂ ਬੇਨਤੀ ਜ਼ਰੂਰ ਕਰ ਸਕਦਾ ਕਿ ਇੱਕ ਤਾਂ ਆਪਸ ਵਿੱਚ ਇਕੱਠੇ ਰਹੋ। ਕਿਸੇ ਵੀ ਸੂਬੇ 'ਚ ਹੋ, ਕਿਸੇ ਵੀ ਧਿਰ ਨਾਲ ਸੰਬੰਧਿਤ ਹੋ, ਤੁਹਾਡੀ ਪੋਲੀਟੀਕਲ ਸੋਚ ਕੀ ਹੈ ਕੀ ਨਹੀਂ ਹੈ, ਇਹਨੂੰ ਅੱਜ ਦੀ ਘੜੀ ਇਸ 'ਤੇ ਹਾਵੀ ਨਾ ਹੋਣ ਦਿਓ। ਇਸ ਅੰਦੋਲਨ ਦੇ ਉੱਤੇ ਹਾਵੀ ਨਾ ਹੋਣ ਦਿਓ। ਸਮਰਥਨ ਕਰੋ, ਅਗਵਾਈ ਕਰੋ। ਅਗਵਾਈ ਕਰਨ ਵਾਲੇ ਅਗਵਾਈ ਕਰਨ, ਸਮਰਥਨ ਕਰਨ ਵਾਲੇ ਸਮਰਥਨ ਕਰਨ। ਪਰ ਬਾਜ਼ ਅੱਖ ਵੀ ਰੱਖੋ, ਕਿਉਂਕਿ ਪੰਜਾਬ ਦੇ ਲੋਕਾਂ ਦੀ ਤਾਂ ਮੈਂ ਜਾਣਦਾ ਕਿ ਜਿੰਨੇ ਅੰਦੋਲਨ ਚੱਲੇ ਉਹਨਾਂ 'ਚੋਂ ਕੁਝ ਕੁ ਲੀਡਰਾਂ ਨੇ ਆਪਣੇ ਫਾਇਦੇ ਲੈ ਕੇ, ਬਾਕੀ ਸਾਰੇ ਅਸੀਂ ਗੱਲਾਂ ਹੀ ਕਰੀ ਜਾਂਦੇ, ਇਹ ਹੋ ਗਿਆ ਇਹ ਹੋ ਗਿਆ। ਇਹ ਫਿਊਚਰ 'ਚ ਨਾ ਵਾਪਰੇ। ਜਿਵੇਂ ਦੁੱਧ ਦਾ ਫੁੱਕਿਆ ਲੱਸੀ ਨੂੰ ਫੂਕਾ ਮਾਰਦਾ, ਉਸ ਭਾਵਨਾ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਇਕੱਠੇ ਹੋ ਕੇ, ਖਾਸ ਕਰ ਨੌਜਵਾਨ ਜਿਹੜੇ ਕਿ ਕਿਸੇ ਵੀ ਅੰਦੋਲਨ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਉਹਨਾਂ ਨੂੰ ਦੂਜੇ ਲੀਡਰ ਜਿਹੜੇ ਨੇ, ਚਾਹੇ ਉਹ ਕਿਸਾਨ ਲੀਡਰ ਨੇ, ਚਾਹੇ ਹੋਰ ਬਜ਼ੁਰਗ ਲੀਡਰ ਨੇ, ਉਹ ਨਾਲ ਲੈ ਕੇ ਚੱਲੋ। ਇਹ ਮੇਰਾ ਸਾਰੇ ਇੰਡੀਆ ਦੇ, ਨਾ ਕੇਵਲ ਪੰਜਾਬ ਦੇ, ਸਾਰੇ ਇੰਡੀਆ ਦੇ ਲੀਡਰ ਅਤੇ ਨੌਜਵਾਨ ਇੱਕ ਦਿਖਣ। ਸਰਕਾਰ ਦੀਆਂ ਚਾਲਾਂ 'ਚ ਨਾ ਆਓ। ਸਰਕਾਰ ਚਾਲਾਂ 26 ਜਨਵਰੀ ਨੂੰ ਵੀ ਖੇਡ ਚੁੱਕੀ ਹੈ, 26 ਨਵੰਬਰ ਨੂੰ ਵੀ ਖੇਡ ਚੁੱਕੀ ਹੈ, ਅੱਜ ਵੀ ਖੇਡ ਰਹੀ ਹੈ, ਕੱਲ੍ਹ ਵੀ ਖੇਡੇਗੀ। ਕਿਹੜੀ ਸਰਕਾਰ ਆਪਣੇ ਦੇਸ਼ ਦੇ ਲੋਕਾਂ ਦੇ ਟਰੈਕਟਰ ਦੇ ਚੱਲਣ ਦੇ ਉੱਪਰ ਐਡੇ ਐਡੇ ਸੂਏ ਸੜਕਾਂ ਦੇ ਉੱਤੇ ਖਬੋ ਸਕਦੀ ਹੈ? ਪਰ ਜੋ ਕਰ ਰਹੀ ਹੈ, ਤੁਸੀਂ ਸਾਰੇ ਇੱਕ ਹੋਵੋ ਜਿਹੜੇ ਸੰਘਰਸ਼ੀ ਹੋ,
ਜੇ ਕੁੱਟਣ ਵਾਲਾ ਜਿਹੜਾ ਇੱਕ ਹੈ ਤਾਂ ਕੁੱਟ ਖਾਣ ਵਾਲੇ ਵੀ ਜਿਹੜੇ ਨੇ ਉਹ ਇਕੱਠੇ ਹੋ ਕੇ ਰਹੀਏ। ਬਸ ਮੇਰਾ ਤਾਂ ਇਹੀ ਬੇਨਤੀ ਹੈ, ਚਾਹੇ ਇਹਨੂੰ ਸੰਦੇਸ਼ ਮੰਨ ਲਓ, ਸਲਾਹ ਮੰਨ ਲਓ, ਤੇ ਹੁਕਮ ਤਾਂ ਮੈਂ ਕਰ ਨਹੀਂ ਸਕਦਾ। ਪ੍ਰਾਈਡ ਪੰਜਾਬ ਟੀਵੀ ਨੂੰ ਆਪਣਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ। ਤੁਹਾਡਾ ਸਾਰਿਆਂ ਦਾ ਧੰਨਵਾਦ, ਪ੍ਰਾਈਡ ਪੰਜਾਬ ਟੀਵੀ ਦਾ, ਤੁਹਾਡਾ ਸਾਰਿਆਂ ਦਾ ਮੈਂ ਰਿਣੀ ਹਾਂ ਕਿ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕੀਤਾ ਹੈ। ਅਤੇ ਮੈਂ ਇਹ ਵੀ ਇੱਛਾ ਰੱਖਦਾ ਕਿ ਜਿੰਨਾ ਵੀ ਆਵਾਮ ਇਸ ਪ੍ਰੋਗਰਾਮ ਨੂੰ ਦੇਖੂਗਾ ਉਹ ਆਪਣੇ ਕਮੈਂਟਸ ਜ਼ਰੂਰ ਲਿਖੇ, ਤਾਂ ਜੋ ਮੈਂ ਜੋ ਕਿਹਾ ਉਹਦੇ ਨਾਲ ਸਹਿਮਤੀ ਜਾਂ ਅਸਹਿਮਤੀ ਕਿਸ ਰੂਪ 'ਚ ਆਈ ਹੈ ਮੈਂ ਉਹਦਾ ਅਭਲਾਖੀ ਰਹਾਂਗਾ। ਦਰਸ਼ਕੋ, ਇਹ ਸਨ ਪ੍ਰੋਫੈਸਰ ਮਹਿੰਦਰਪਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਜਿਨ੍ਹਾਂ ਨੇ ਬੜੇ ਬੇਬਾਕ ਤਰੀਕੇ ਦੇ ਨਾਲ ਬੜੇ ਵਧੀਆ ਢੰਗ ਦੇ ਨਾਲ ਆਪਣੇ ਜਿਹੜੇ ਵਿਚਾਰ ਨੇ ਕਿਸਾਨੀ ਸੰਘਰਸ਼ ਬਾਰੇ ਤੇ ਪਹਿਲਾਂ ਆ ਚੁੱਕੀਆਂ ਸਰਕਾਰਾਂ ਬਾਰੇ ਤੇ ਹੁਣ ਚੱਲ ਰਹੀ ਸਰਕਾਰ ਬਾਰੇ ਬੜੇ ਵਧੀਆ ਵਿਚਾਰ ਰੱਖੇ ਨੇ। ਬਾਕੀ ਪ੍ਰੋਫੈਸਰ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਇਹਨਾਂ ਦੇ ਵਿਚਾਰ ਸੁਣ ਕੇ ਆਪਣੀ ਰਾਏ ਜਿਹੜੀ ਤੁਸੀਂ ਕਮੈਂਟਸ ਦੇ ਜ਼ਰੀਏ ਸਾਨੂੰ ਦੱਸ ਸਕਦੇ ਹੋ। ਅਤੇ ਬਾਕੀ ਜੀ ਸਾਡਾ ਇਹ ਪ੍ਰੋਗਰਾਮ ਪ੍ਰੋਫੈਸਰ ਸਾਹਿਬ ਦੇ ਨਾਲ ਸਾਡੀ ਇਹ ਮੁਲਾਕਾਤ ਇੱਥੇ ਹੀ ਸਮਾਪਤ ਅਸੀਂ ਕਰਦੇ ਹਾਂ। ਮੈਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ। ਮੈਂ ਸੰਸਾਰਦੀਪ ਸਿੰਘ, ਸ਼ਹਿਰ ਪਟਿਆਲਾ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।